गुरु का खास रूप। गुरु खालसा साध संगत जीओ। वाहे गुरु जी का खालसा, वाहे गुरु जी की फतेह। गुरु गरीब नवाज दी अति किरपा सदका ਆਪਾਂ ਨੂੰ ਇਹ ਸੁਭਾਗੀਆਂ ਘੜੀਆਂ, ਸੁਨਹਿਰੀ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਆਪਣੀਆਂ ਸੁਰਤੀਆਂ ਵਿਰਤੀਆਂ ਗੁਰੂ ਚਰਨਾਂ ਦੇ ਨਾਲ ਜੋੜੀਏ ਅਤੇ ਇਹਨਾਂ ਸੁਭਾਗੀਆਂ ਘੜੀਆਂ ਦਾ ਪੂਰਾ ਲਾਭ ਉਠਾ ਸਕੀਏ। ਗਰੀਬ ਨਵਾਜ ਸਤਿਗੁਰੂ ਨੇ ਜਿੱਥੇ ਸਾਡੇ 'ਤੇ ਇੰਨੀ ਕਿਰਪਾ ਕੀਤੀ ਹੈ, ਗੁਰੂ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਥੋੜ੍ਹੀ ਜਿਹੀ ਕਿਰਪਾ ਹੋਰ ਕਰੋ ਕਿ ਅਸੀਂ ਸਾਵਧਾਨਤਾ, ਇਕਾਗਰਤਾ, ਸ਼ਰਧਾ, ਭਾਵਨਾ, ਪ੍ਰੇਮ ਦੇ ਨਾਲ ਸ਼ਬਦ ਸੁਰਤ ਦਾ ਮੇਲ ਕਰਦਿਆਂ ਹੋਇਆਂ ਆਪ ਹੀ ਦੇ ਉਪਦੇਸ਼ਾਂ ਨੂੰ ਸੁਣ ਕੇ ਮਨ ਵਿੱਚ ਵਸਾਉਂਦਿਆਂ ਹੋਇਆਂ ਇਹਨਾਂ ਦੀ ਪਵਿੱਤਰ ਪਾਵਨ ਕਮਾਈ ਕਰ ਸਕੀਏ। ਅੱਜ ਮੇਰੇ ਰਹਿਮਤਾਂ ਦੇ ਸਾਗਰ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਪਵਿੱਤਰ ਪਾਵਨ ਅੰਗ 58 ਤੋਂ ਆਪਣੇ ਪਹਿਲੇ ਸਰੂਪ ਰਾਹੀਂ ਇਹ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਬੇਦੀ ਕੁਲ ਦੇ ਕੁਲਭੂਸ਼ਣ ਬੇਬੇ ਨਾਨਕੀ ਜੀ ਦੇ ਲਾਡਲੇ ਵੀਰ ਭਾਈ ਮਰਦਾਨਾ ਜੀ ਹੋਰਾਂ ਦੇ ਪੱਕੇ ਸਾਥੀ, ਕੌੜਿਆਂ ਨੂੰ ਮਿੱਠੇ ਕਰਨ ਵਾਲੇ, ਸੁੱਕਿਆਂ ਨੂੰ ਹਰੇ ਕਰਨ ਵਾਲੇ, ਪੱਥਰਾਂ ਨੂੰ ਤਾਰਨ ਵਾਲੇ, ਅਣਹੋਣੀ ਨੂੰ ਹੋਣੀ ਵਿੱਚ ਅਤੇ ਹੋਣੀ ਨੂੰ ਅਣਹੋਣੀ ਵਿੱਚ ਤਬਦੀਲ ਕਰਨ ਦੀ ਸਮਰੱਥਾ ਰੱਖਣ ਵਾਲੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਪਣੀ ਮਹਾ ਮੁਬਾਰਕ ਅਤੀ ਸੱਚੀ ਸੁੱਚੀ ਰਸਨਾ, ਸੁਰੀਲੀ ਰਸੀਲੀ ਮਹਾ ਮਿਠੜੀ ਜ਼ੁਬਾਨ ਦੇ ਰਾਹੀਂ ਫਰਮਾ ਰਹੇ ਨੇ। ਰਹਾਵ ਦੀਆਂ ਪੰਗਤੀਆਂ ਅੱਜ ਆਪਾਂ ਸ਼ੁਰੂ ਤੋਂ ਹੀ ਹੈ। ਭਾਈ ਰੇ ਆਵਰ ਨਾਹੀ ਮੈਂ ਥਾਉ, ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਉ। ਹੇ ਭਾਈ, ਮੈਨੂੰ ਹੋਰ ਕੋਈ ਥਾਂ ਨਹੀਂ ਹੈ ਗੁਰੂ ਚਰਨਾਂ ਤੋਂ ਬਗੈਰ। ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਗਰੀਬ ਨਵਾਜ ਆਪਣੀ ਆਜੂ ਦੇ ਅਖੀਰਲੇ ਦਿਨਾਂ ਦੇ ਵਿੱਚ, ਜਦੋਂ ਕਿ ਭਾਈ ਲਹਿਣਾ ਜੀ ਸਮੇਤ ਹੋਰ ਸਿੱਖਾਂ ਦੀ ਪਰਖ ਕਰ ਰਹੇ ਸੀ, ਗਰੀਬ ਨਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲਾਂ ਮੋਹਰਾਂ ਦਾ ਮੀਂਹ ਬਰਸਾਇਆ। ਕੁਛ ਲੋਕੀ ਚੁੱਕ ਕੇ ਪੁੱਠੇ ਮੁੜ ਗਏ। ਫਿਰ ਮਹਾਰਾਜ ਨੇ ਬੜਾ ਭਿਆਨਕ ਰੂਪ ਧਾਰਨ ਕੀਤਾ। ਕੁੱਤੇ ਲਏ, ਨਾਲ ਮੋਟਾ ਸੋਟਾ ਵੀ ਰੱਖਿਆ। ਜਿਹੜਾ ਕੋਈ ਨੇੜੇ ਆਉਂਦਾ ਸੀ ਮਹਾਰਾਜ ਠਾਹ ਦੇਣੇ ਉਹਦੇ ਮਾਰਦੇ ਸੀ। ਬਹੁਤ ਸਾਰੇ ਸਿੱਖ ਡੰਡੇ ਤੋਂ ਡਰਦੇ ਮਾਰੇ ਪੁੱਠੇ ਮੁੜ ਗਏ। ਭਾਈ ਲਹਿਣਾ ਜੀ ਸੋਟੇ ਦੀ ਮਾਰ ਵੀ ਖਾ ਰਹੇ ਨੇ ਅਤੇ ਪਿੱਛੇ ਵੀ ਨਹੀਂ ਮੁੜ ਰਹੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਲਹਿਣਿਆ ਬਾਕੀ ਸਾਰੇ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਬੜੀ ਨਿਮਰਤਾ ਦੇ ਨਾਲ ਪ੍ਰੇਮ ਦੇ ਹੰਝੂ ਅੱਖਾਂ ਦੇ ਵਿੱਚ ਭਰਦਿਆਂ ਹੋਇਆਂ ਕਿਹਾ, ਗਰੀਬ ਨਵਾਜ ਕਿਸ ਹੀ ਕੋਈ ਕੋਏ, ਮੰਝ ਨਮਾਣੀ ਇੱਕ ਥੂੰ, ਕਿਉਂ ਨਾ ਮਰੀਜਾ ਰੋਏ, ਜਾਂ ਲੱਗ ਚਿਤ ਨਾ ਆਵਹੀਂ। ਮਹਾਰਾਜ ਜੀ ਦਾ ਕੋਈ ਹੈਗਾ ਸੀ, ਉਹ ਚਲੇ ਗਏ। ਹੁਣ ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ, ਮੈਨੂੰ ਹੋਰ ਕੋਈ ਥਾਂ ਹੀ ਨਹੀਂ ਸਤਿਗੁਰੂ, ਮੈਂ ਜਾਵਾਂ ਕਿੱਥੇ? ਤੂੰ ਮਾਰ ਭਾਵੇਂ ਛੱਡ, ਹੁਣ ਮੈਂ ਛੱਡ ਕੇ ਨਹੀਂ ਜਾ ਸਕਦਾ। ਬਿਲਕੁਲ ਗਰੀਬ ਨਵਾਜ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਭਾਈ ਰੇ, ਹੇ ਮੇਰੇ ਭਾਈ ਜਨੋ, ਆਵਰ ਨਾਹੀ ਮੈਂ ਥਾਉ, ਮੈਨੂੰ ਹੋਰ ਕੋਈ ਥਾਂ ਹੀ ਨਹੀਂ ਗੁਰੂ ਚਰਨਾਂ ਤੋਂ ਬਗੈਰ। ਸਾਧ ਸੰਗਤ ਜੀ, ਹੋਰ ਥਾਵਾਂ ਸਾਰੀਆਂ ਝੂਠੀਆਂ ਨੇ। ਛੋਟੇ ਬੱਚੇ ਨੂੰ ਮਾਂ ਦੀ ਟੇਕ ਸਭ ਤੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਭੋਜਨ ਵੀ ਉੱਥੋਂ ਹੀ ਮਿਲਦਾ ਹੈ, ਪਿਆਰ ਵੀ ਉੱਥੋਂ ਹੀ ਮਿਲਦਾ ਹੈ, ਮਲ ਮੂਤਰ ਵੀ ਮਾਂ ਨੇ ਸਾਫ਼ ਕਰਨਾ ਹੁੰਦਾ ਹੈ, ਪਰ ਉਹ ਟੇਕ ਵੀ ਝੂਠੀ ਹੈ। ਕੁਝ ਸਮਾਂ ਬਾਅਦ ਉਹੀ ਮਾਂ ਹੈ, ਉਹਨੂੰ ਕਹਿੰਦੀ ਹੈ ਹੁਣ ਐਡਾ ਵੱਡਾ ਹੋ ਗਿਆ, ਮੇਰੀ ਗੋਦੀ 'ਚੋਂ ਉਤਰ, ਉਹ ਵੀ ਉਤਾਰ ਦਿੰਦੀ ਹੈ।
ਬਾਪ ਦੀ ਟੇਕ ਹੈ, ਉਹ ਵੀ ਸਮਾਂ ਪਾ ਕੇ ਵਿਛੋੜਾ ਦੇ ਜਾਂਦੇ ਨੇ। ਭੈਣ ਭਾਈਆਂ ਦੀ ਟੇਕ ਹੈ, ਉਹ ਵੀ ਕੋਈ ਹਉਮੈ ਦੇ ਘੋੜੇ 'ਤੇ, ਕੋਈ ਲਾਲਚ ਦੇ ਘੋੜੇ 'ਤੇ ਚੜ੍ਹ ਕੇ ਆਪਣੀ ਟੇਕ ਛੱਡ ਦਿੰਦੇ ਨੇ। ਧੀਆਂ ਪੁੱਤਾਂ ਜਿਨ੍ਹਾਂ ਵਾਸਤੇ ਆਪਾਂ ਸਾਰੀ ਉਮਰ ਰੋਟੀ ਕਮਾਉਂਦੇ ਹਾਂ, ਕਈ ਵਾਰੀ ਅਨਰਥ ਕਰਕੇ ਵੀ ਰੋਟੀ ਕਮਾਉਂਦੇ ਹਾਂ, ਉਹ ਵੀ ਧੀ ਪੁੱਤ ਵੀ ਆਪਣੀ ਟੇਕ ਪਿੱਛੇ ਖਿੱਚ ਲੈਂਦੇ ਨੇ। ਬਜ਼ੁਰਗ ਬਿਰਧ ਆਸ਼ਰਮਾਂ ਦੇ ਵਿੱਚ ਰੁਲਣ ਵਾਸਤੇ ਮਜਬੂਰ ਹੋ ਜਾਂਦੇ ਨੇ। ਸਾਧ ਸੰਗਤ ਜੀ, ਆਪਣੇ ਤਨ ਦੀ ਟੇਕ ਹੈ, ਇਹ ਤਨ ਵੀ ਛੀਨ ਹੋ ਜਾਂਦਾ ਹੈ। ਅੱਖਾਂ ਜਵਾਬ ਦੇ ਜਾਂਦੀਆਂ ਨੇ, ਕੰਨ ਉਹ ਵੀ ਜਵਾਬ ਦੇ ਜਾਂਦੇ ਨੇ, ਦੰਦ ਅਲਵਿਦਾ ਕਹਿ ਜਾਂਦੇ ਨੇ, ਗੋਡੇ ਮੋਢੇ ਸਭ ਜਾਮ ਹੋ ਜਾਂਦੇ ਨੇ। ਭਾਵ ਹੋਰ ਕੋਈ ਥਾਂ ਨਹੀਂ ਹੈ। ਇੱਕ ਗੁਰੂ ਹੀ ਐਸਾ ਹੈ ਜਿਹੜਾ ਕਿ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ, ਜਿਹੜਾ ਕਿ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਸਾਡੀ ਮਾਂ ਦੇ ਪੇਟ ਵਿੱਚ ਵੀ ਰੱਖਿਆ ਕੀਤੀ ਹੈ। ਫਿਰ ਉਸ ਨੇ ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ, ਬੁਢਾਪੇ ਦੇ ਵਿੱਚ ਆਪਣਾ ਸਾਥ ਨਿਭਾਇਆ ਹੈ। ਪਰ ਸਾਡੀ ਬਦਕਿਸਮਤੀ ਇਹ ਹੈ, ਅਸੀਂ ਉਹਦੀ ਟੇਕ ਨੂੰ ਭੁੱਲ ਜਾਂਦੇ ਹਾਂ। ਅਸੀਂ ਮਨੁੱਖ ਦੀ ਟੇਕ ਲੈਂਦੇ ਹਾਂ। ਹਾਲਾਂਕਿ ਪਾਠ ਵੀ ਕਰਦੇ ਹਾਂ ਕਿ ਮਨੁੱਖ ਕੀ ਟੇਕ ਬਿਰਥਾ ਸਭ ਜਾਣ, ਦੇਵਨ ਕਉ ਏਕ ਹੈ ਭਗਵਾਨ। ਪੜ੍ਹਦੇ ਵੀ ਹਾਂ, ਪਾਠ ਵੀ ਕਰਦੇ ਹਾਂ, ਪਰ ਫਿਰ ਵੀ ਟੇਕ ਮਨੁੱਖਾਂ ਦੇ ਉੱਤੇ ਅਸੀਂ ਰੱਖੀ ਹੋਈ ਆ। ਸਤਿਗੁਰੂ ਸਾਨੂੰ ਸਾਵਧਾਨ ਕਰਦਿਆਂ ਫਰਮਾਉਂਦੇ ਨੇ, ਮੈਂ ਭਾਈ ਰੇ ਅਵਰ ਨਾਹੀ ਮੈਂ ਥਾਂ, ਹੋਰ ਕੋਈ ਥਾਂ ਨਹੀਂ ਹੈ। ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਦ ਜਾਉ। ਮੇਰੇ ਕੋਲ ਤਾਂ ਨਾਮ ਦੇ ਧਨ ਦਾ, ਪਰਮਾਤਮਾ ਦੇ ਨਾਮ ਦਾ ਧਨ ਹੀ ਦਾ ਖਜ਼ਾਨਾ ਹੈ ਮੇਰੇ ਕੋਲ। ਤਾਂ ਉਹ ਮੈਂ ਕਿੱਥੋਂ ਲਿਆ, ਕਿਵੇਂ ਪ੍ਰਾਪਤ ਕੀਤਾ? ਮਹਾਰਾਜ ਕਹਿੰਦੇ ਗੁਰ ਦੀਆ, ਮੈਨੂੰ ਗੁਰੂ ਨੂੰ ਦਿੱਤਾ। ਇਹ ਮੈਂ ਮੁੱਲ ਨਹੀਂ ਖਰੀਦ ਸਕਦਾ ਸੀ ਨਾਮ ਦੇ ਧਨ ਨੂੰ। ਮੁੱਲ ਖਰੀਦਣਾ ਮੇਰੇ ਵੱਸ ਦੀ ਗੱਲ ਨਹੀਂ ਸੀ। ਨਾਮ ਦਾ ਧਨ ਮੈਨੂੰ ਦਾਨ ਦੇ ਤੌਰ 'ਤੇ ਗੁਰੂ ਨੇ ਦਿੱਤਾ। ਖਜ਼ਾਨਾ ਹੈ ਮੇਰੇ ਕੋਲ, ਪਰ ਉਹ ਗੁਰੂ ਦਾ ਦਿੱਤਾ ਹੋਇਆ ਹੈ। ਇਸ ਕਰਕੇ ਬਲ ਜਾਉ, ਮੈਂ ਇਹੋ ਜਿਹੇ ਗੁਰੂ ਤੋਂ ਕੁਰਬਾਨ ਜਾਨਾ, ਚੌਂ ਖੰਨੀਏ ਜਾਨਾ, ਉਹ ਤੋਂ ਖੰਨੀਏ ਵੰਝਦਾ, ਸਦਕੇ ਜਾਨਾ ਗੁਰੂ ਤੋਂ, ਜਿਹਨੇ ਮੈਨੂੰ ਐਡਾ ਬੇਸ਼ਕੀਮਤੀ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਰਹਾਉ ਤੋਂ ਅੱਗੇ ਸਤਿਗੁਰੂ ਅੱਗੇ ਫਰਮਾਉਂਦੇ ਨੇ, ਗੁਰਮਤਿ ਪਤ ਸ਼ਾਬਾਸ਼ ਤਿਸ ਕਾ ਸੰਗ ਮਿਲਾਉ। ਸਾਧ ਸੰਗਤ ਜੀਓ, ਕਈ ਵਾਰੀ ਨਾ ਆਪਾਂ ਪਹਿਲੇ ਅੱਖਰ ਦਾ ਕੰਨਾ ਖਾ ਜਾਂਦੇ ਹਾਂ, ਬੋਲਦੇ ਨਹੀਂ ਹੈਗੇ। ਜਿਵੇਂ ਮੈਂ ਵੀ ਖਾ ਗਿਆ ਸੀ, ਸ਼ਾਬਾਸ਼, ਪੈਰਾਂ 'ਚ ਬਿੰਦੀ ਲਾਉਣੀਆਂ ਸੱਸਿਆਂ ਦੇ। ਗੁਰੂ ਦੀ ਮੱਤ 'ਤੇ ਚੱਲ ਕੇ ਇੱਜ਼ਤ ਮਿਲਦੀ ਹੈ, ਸਦੀਵੀ ਰਹਿਣ ਵਾਲੀ ਇੱਜ਼ਤ ਮਿਲਦੀ ਹੈ। ਸਾਧ ਸੰਗਤ ਜੀਓ, ਆਪਾਂ ਜੇ ਦੁਨੀਆ ਦੇ ਇਤਿਹਾਸ ਵੱਲ ਝਾਤ ਮਾਰ ਗਏ, ਨਿਗਾਹ ਮਾਰ ਗਏ, ਜੋ ਵੀ ਗੁਰੂ ਦੀ ਮੱਤ 'ਤੇ ਚੱਲਿਆ, ਉਸ ਨੂੰ ਸਨਮਾਨ ਮਿਲਿਆ, ਉਸ ਨੂੰ ਇੱਜ਼ਤ ਮਿਲੀ ਹੈ। ਬੇਸ਼ੱਕ ਗੁਰੂ ਦੀ ਮੱਤ 'ਤੇ ਚੱਲਣਾ ਹੈ ਬਹੁਤ ਔਖਾ। ਸੰਸਾਰਕ ਤੌਰ 'ਤੇ, ਪਦਾਰਥਕ ਤੌਰ 'ਤੇ ਕਈ ਵਾਰੀ ਨੁਕਸਾਨ ਵੀ ਉਠਾਉਣਾ ਪੈਂਦਾ, ਪਰ ਅਧਿਆਤਮਿਕ ਤੌਰ 'ਤੇ ਗੁਰੂ ਦੀ ਮੱਤ ਨੂੰ ਧਾਰਨ ਕੀਤਿਆਂ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਹੁਣ ਦੇਖੋ, ਰਾਵਣ ਵੇਦ ਪਾਠੀ ਹੈ, ਬੜੇ ਹੋਰ ਧਾਰਮਿਕ ਪੁਸਤਕਾਂ ਉਹਨੂੰ ਯਾਦ ਨੇ। ਅੱਛਾ, ਹਠੀ ਇੰਨਾ ਕਹਿੰਦੇ ਉਸ ਨੇ ਆਪਣੇ ਇਸ਼ਟ ਨੂੰ, ਕੋਈ ਸ਼ਿਵ ਜੀ ਕਹਿੰਦਾ, ਕੋਈ ਬਰਮਾ ਜੀ ਕਹਿੰਦਾ, ਕਹਿੰਦੇ 100 ਵਾਰੀ ਆਪਣਾ ਸੀਸ ਕੱਟ ਕੇ ਦੇਤਾ ਸੀ। 100 ਵਾਰ, ਇੰਨਾ ਹਠੀ ਸੀ। ਕੋਈ ਮੰਗ ਮਨਾਉਣੀ ਹੁੰਦੀ ਸੀ, ਸਿਰ ਕੱਟ ਕੇ ਚਰਨਾਂ 'ਚ ਰੱਖ ਦਿੰਦਾ ਸੀ। ਫਿਰ ਉਹ ਆਪਣੀ ਸ਼ਕਤੀ ਨਾਲ, ਜਿਹੜਾ ਉਹਦਾ ਕੋਈ ਇਸ਼ਟ ਸੀ ਦੇਵਤਾ, ਉਹਦਾ ਨਵਾਂ ਸਿਰ ਕੱਢਦਾ ਸੀ ਅੰਦਰੋਂ। ਫਿਰ ਅਮੀਰ ਇੰਨਾ ਸੀ, ਸਾਡੇ ਕੋਲ ਤਾਂ ਕਿਸੇ ਕੋਲ ਕਿਲੋ ਸੋਨਾ ਹੋਊਗਾ, ਕਿਸੇ ਕੋਲ 2 ਕਿਲੋ ਸੋਨਾ ਹੋਊਗਾ, ਉਹਦਾ ਪੂਰਾ ਸ਼ਹਿਰ ਲੰਕਾ ਹੀ ਸੋਨੇ ਦੀ ਸੀ। ਕਹਿੰਦੇ ਉਹਦੀ ਲੰਕਾ ਦੇ ਵਿੱਚ ਨਾ ਪਾਣੀ ਦੀਆਂ ਨਦੀਆਂ ਨਹੀਂ ਵਗਦੀਆਂ ਸੀ, ਬਲਕਿ ਦੁੱਧ ਦੀਆਂ ਨਦੀਆਂ ਵਗਦੀਆਂ ਸੀ। ਇੰਨਾ ਡੰਗਰ ਬੱਛਾ ਉੱਥੇ ਸੀ, ਦੁੱਧ ਬੜਾ, ਖਾਦ ਪਦਾਰਥ ਬੜੇ ਸੀ ਉੱਥੇ। ਪਰ ਹੁਣ ਮਾਰ ਕਿੱਥੇ ਖਾ ਗਿਆ? ਮੱਤ ਆਪਣੀ ਵਰਤੀ, ਗੁਰੂ ਦੀ ਮੱਤ ਨਹੀਂ ਵਰਤੀ। ਗੁਰੂ ਦੀ ਮੱਤ ਵਰਤੀ ਉਹ ਨਹੀਂ, ਆਪਣੀ ਮੱਤ ਵਰਤੀ। ਗੁਰੂ ਨੇ ਕਿਹਾ ਕਿ ਭਾਈ ਇਹ ਪੀਰਾਂ ਅਵਤਾਰਾਂ ਨਾਲ ਪੰਗੇ ਨਹੀਂ ਲਈਦੇ ਹੁੰਦੇ, ਪਰ ਨਹੀਂ,
ਆਪਦੀ ਮੱਤ ਵਰਤੀ ਤਾਂ ਫਿਰ ਸਿੱਟਾ ਕੀ ਨਿਕਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਇਹ ਕਹਿਣਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਮੂਰਖ ਦੀ ਉਪਾਧੀ ਮਿਲੀ। ਸਭ ਤੋਂ ਸੋਹਣੀ ਅੱਖ ਹੁੰਦੀ ਹੈ ਮਿਰਗ ਕੋਲ, ਜਿਹਨੂੰ ਆਪਾਂ ਹਿਰਨ ਵੀ ਕਹਿੰਦੇ ਹਾਂ। ਜੇ ਸੰਸਾਰ ਦੀ ਸੋਹਣੀ ਅੱਖ ਹੈ ਕਿਸੇ ਕੋਲ ਤਾਂ ਉਹ ਮਿਰਗ ਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਹਿੰਦੇ, ਸੁਣ ਮੁੰਦੇ ਹਰਨ ਆਖੀਏ, ਇਹ ਹਰਨ ਵਰਗੀਆਂ ਅੱਖਾਂ ਵਾਲੀਏ ਜੀਵ ਇਸਤਰੀਏ। ਮੁੰਦੇ ਇਸਤਰੀ ਨੂੰ ਕਹਿੰਦੇ ਨੇ, ਹਰਨ ਆਖੀਏ ਹਰਨ ਵਰਗੀਆਂ ਅੱਖਾਂ ਵਾਲੀਏ। ਸਭ ਤੋਂ ਵਧੀਆ ਅੱਖ ਹੈ ਮਿਰਗ ਕੋਲ, ਪਰ ਉਹਨੇ ਮੱਤ ਵਰਤੀ ਆਪਣੀ। ਸਿੱਟਾ ਕੀ ਨਿਕਲਿਆ। ਮਾਰੂਥਲ ਦੇ ਵਿੱਚ ਦੁਪਹਿਰ ਹੈ, ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਫਿਜ਼ਿਕਸ ਦੇ ਲਾ ਮੁਤਾਬਕ ਉਹ ਰੀਫਲੈਕਸ਼ਨ ਹੋ ਰਹੀ ਹੈ। ਭੁਲੇਖਾ ਕੀ ਪੈ ਰਿਹਾ ਮਿਰਗ ਨੂੰ, ਉਹ ਜਿਹੜੀ ਸੋਹਣੀ ਅੱਖ ਹੈ ਉਹਨੂੰ ਕੀ ਕਹਿ ਰਹੀ ਹੈ ਕਿ ਜੀ ਪਾਣੀ ਹੈ ਅੱਗੇ। ਉਹ ਅੱਗੇ ਤੁਰਿਆ ਜਾ ਰਿਹਾ ਹੈ। ਉਹ ਕਿਉਂਕਿ ਡਿਸਟੈਂਸ ਲਾ ਹੈ, ਉਹ ਅੱਗੇ ਹੋਈ ਜਾਂਦਾ। ਉਹ ਜਿਹੜਾ ਰੀਫਲੈਕਸ਼ਨ ਦਾ ਡਿਸਟੈਂਸ ਹੈ ਉਹ ਅੱਗੇ ਹੋਈ ਜਾਂਦਾ। ਉਹਨੂੰ ਲੱਗਦਾ ਵੀ ਅੱਗੇ ਹੈ ਪਾਣੀ, ਅੱਗੇ ਹੈ ਪਾਣੀ। ਉਹ ਸੁੰਦਰ ਅੱਖ ਤਾਂ ਮਿਲੀ, ਪਰ ਮੱਤ ਸੁੰਦਰ ਨਹੀਂ ਮਿਲੀ। ਸੁੰਦਰ ਮੱਤ ਨਾ ਮਿਲਣ ਕਾਰਨ ਮਾਰੂਥਲਾਂ ਦੇ ਵਿੱਚ ਭਟਕ ਭਟਕ ਕੇ ਪਿਆਸਾ ਉੱਥੇ ਮਰ ਜਾਂਦਾ। ਸਾਧ ਸੰਗਤ ਜੀ, ਬਲ ਰਾਜਾ ਬਹੁਤ ਵੱਡਾ ਦਾਨੀ ਹੈ। ਉਹਦੇ ਗੁਰੂ ਨੇ ਬਥੇਰਾ ਕਿਹਾ, ਜਿਹੜਾ ਇਹ ਬਾਵਣ ਆਇਆ ਨਾ, ਬਾਵਣ ਰੂਪ, ਇਹ ਛਲੀਆ, ਇਹ ਬ੍ਰਾਹਮਣ ਕੋਈ ਨਹੀਂ ਹੈ, ਤੂੰ ਆਖੇ ਲੱਗ ਜਾ। ਕਹਿੰਦਾ ਨਾ ਜੀ। ਉਹ ਕਹਿੰਦੇ ਮੈਨੂੰ ਲੱਗਦਾ ਭਗਵਾਨ ਹੈ। ਕਹਿੰਦਾ ਜੇ ਭਗਵਾਨ ਮੇਰੇ ਦਰ ਤੋਂ ਮੈਥੋਂ ਮੰਗਣ ਆਊਏ, ਕਹਿੰਦਾ ਫਿਰ ਮੈਥੋਂ ਵੱਡਾ ਹੋਰ ਕੌਣ ਹੋ ਸਕਦਾ। ਬਲ ਰਾਜਾ ਹੰਕਾਰੀ ਜੀ। ਪਰ ਹੁਣ ਗੁਰੂ ਦੀ ਮੱਤ ਨਹੀਂ ਮੰਨੀ। ਸਿੱਟਾ ਕੀ ਨਿਕਲਿਆ। ਪਤਾਲ ਦੇ ਵਿੱਚ ਗਿਆ, ਪਤਾਲ ਦੇ ਵਿੱਚ ਜਾਣਾ ਪਿਆ। ਭਾਵ ਜਿਹਨੇ ਫਿਰ ਜਨਮੇਜੇ ਨੇ ਗੁਰੂ ਦੀ ਮੱਤ ਨਹੀਂ ਮੰਨੀ ਹੈ, ਸਿੱਟਾ ਕੀ ਨਿਕਲਿਆ, ਕੋਹੜੀ ਹੋ ਕੇ ਮਰਿਆ। ਜਿਹਨੇ ਵੀ ਗੁਰੂ ਦੀ ਮੱਤ ਨਹੀਂ ਮੰਨੀ ਸਾਧ ਸੰਗਤ ਜੀਓ, ਉਹ ਖੁਆਰ ਹੋਇਆ ਅੱਜ ਤੱਕ। ਜਿਨ੍ਹਾਂ ਨੇ ਗੁਰੂ ਦੀ ਮੱਤ ਮੰਨੀ, ਚਾਹੇ ਉਹ ਰਾਏ ਬੁਲਾਰ ਜੀ ਸੀ, ਚਾਹੇ ਮਰਦਾਨਾ ਜੀ ਸੀ, ਚਾਹੇ ਕੌਡਾ ਰਾਖਸ਼ ਸੀ, ਚਾਹੇ ਸੱਜਣ ਠੱਗ ਸੀ, ਚਾਹੇ ਭੂਮੀਆਂ ਚੋਰ ਸੀ, ਜੋ ਵੀ ਚਾਹੇ ਲੱਖੂ ਧਾੜਵੀ ਵਰਗੇ ਸੀ, ਜਦੋਂ ਗੁਰੂ ਦੀ ਮੱਤ ਮੰਨੀ ਸਾਧ ਸੰਗਤ ਜੀ, ਉਹ ਅਮਰ ਹੋ ਗਏ। ਲੋਕੀ ਉਹਨਾਂ ਦੀਆਂ ਸਮਾਧਾਂ 'ਤੇ ਮੱਥੇ ਟੇਕਦੇ ਨੇ। ਉਹਨਾਂ ਦੀਆਂ ਯਾਦਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ। ਉਹਨਾਂ ਦੀਆਂ ਯਾਦਾਂ ਦੇ 'ਤੇ ਜਾ ਕੇ ਲੋਕ ਸਿਜਦੇ ਕਰਨੇ ਆਪਣੇ ਬੜਭਾਗ ਸਮਝਦੇ ਨੇ। ਹੁਣ ਗਰੀਬ ਨਵਾਜ ਹੀ ਦੱਸਦੇ ਨੇ, ਗੁਰਮਤ ਪਾਤਸ਼ਾਹ ਵਾਸ ਤਿਸ ਕਾ ਸੰਗ ਮਿਲਾਓ। ਗੁਰੂ ਦੀ ਮੱਤ 'ਤੇ ਚੱਲਦਿਆਂ ਫਿਰ ਰੱਬੀ ਇੱਜ਼ਤ ਮਿਲਦੀ ਆ। ਇਸ ਕਰਕੇ ਗੁਰੂ ਦੇ ਸ਼ਾਬਾਸ਼ ਹੈ, ਵਾਹ ਵਾਹ ਗੁਰੂ ਨੂੰ। ਹੁਣ ਮੇਰੀ ਇੱਛਾ ਕਹਿੰਦੇ ਇਹੀ ਹੈ ਕਿ ਤਿਸਕਾ ਸੰਗ ਮਿਲਾਉਂ, ਮੈਂ ਇਹੋ ਜਿਹੇ ਗੁਰੂ ਦੇ ਨਾਲ ਹਮੇਸ਼ਾ ਮਿਲਿਆ ਰਹਾਂ, ਭਾਵ ਕਦੇ ਵੀ ਨਾ ਵਿਸਰਾਂ। ਸਾਧ ਸੰਗਤ ਜੀ, ਸਾਡੇ ਸ਼ੁਭ ਚਿੰਤਕ ਹੁੰਦੇ ਨੇ ਸਾਡੇ ਮਾਂ ਬਾਪ, ਪਰ ਸਾਡੇ ਮਾਂ ਬਾਪ ਨਾਲੋਂ ਕਰੋੜਾਂ ਅਸੰਖਾਂ ਗੁਣਾ ਸ਼ੁਭ ਚਿੰਤਕ ਹੁੰਦਾ ਸਾਡਾ ਗੁਰੂ। ਸਾਡੇ ਮਾਂ ਬਾਪ ਵੀ ਸਾਨੂੰ ਭੈੜੇ ਪਾਸਿਓਂ ਹੋੜਦੇ ਨੇ, ਚੰਗੇ ਪਾਸੇ ਲਾਉਣ ਦਾ ਯਤਨ ਕਰਦੇ ਨੇ। ਪਰ ਫਿਰ ਵੀ ਕਈ ਵਾਰੀ ਨਾ ਜੇ ਕੋਈ ਵੱਧ ਪਾਠ ਲੱਗ ਜੇ ਕਰਨ, ਫਿਰ ਕਈ ਵਾਰੀ ਮੈਂ ਦੇਖਿਆ ਮਾਂ ਬਾਪ ਕਹਿੰਦੇ ਉਹ ਤੂੰ ਪੜ੍ਹ ਲਿਆ ਕਰ, ਇਹ ਪਾਠ ਚੋਂ ਕੀ ਕੱਢੇਗਾ, ਕੋਈ 4 ਪੈਸੇ ਕਮਾਉਣ ਜੋਗਾ ਹੋ ਜਾ। ਇੱਕ ਪਰਿਵਾਰ ਨੂੰ ਮੈਂ ਜਾਣਦਾ, ਇੱਥੇ ਉਹਨਾਂ ਦਾ ਬੱਚਾ ਨਾ ਕਾਫੀ ਪਾਠ ਲੱਗ ਗਿਆ ਕਰਨ। ਉਹਨਾਂ ਨੇ ਇੱਥੇ ਸਪੈਸ਼ਲ ਪਾਠ ਇਸ ਕਰਕੇ ਕਰਵਾਇਆ ਕਿ ਵੀ ਉਹ ਪਾਠ ਕਰਨੋਂ ਹਟ ਜੇ। ਇਹ ਸਾਡਾ ਇਹ ਦੁਨੀਆਦਾਰਾਂ ਦਾ ਸਿਧਾਂਤ ਹੈ। ਸ਼ੁਭ ਚਿੰਤਕ ਹੁੰਦੇ ਨੇ ਮਾਂ ਬਾਪ, ਪਰ ਉਹਨਾਂ ਨੂੰ ਨਾ ਫਿਰ ਫਿਕਰ ਲੱਗ ਜਾਂਦਾ ਵੀ ਜਿਹੜੇ ਇਹ 50 60 70 ਸਾਲ ਦੀ ਜ਼ਿੰਦਗੀ ਹੈ ਇਹ ਕਿਵੇਂ ਬਿਤਾਊਗਾ। ਗੁਰੂ ਦਾ ਸਾਧ ਸੰਗਤ ਸਾਡੇ ਅਨੰਤ ਪਿਛਲੇ ਜਨਮਾਂ ਦਾ ਪਤਾ ਹੈ, ਅਤੇ ਅਗਲੇ ਸਾਡੇ ਭਵਿੱਖ ਬਾਰੇ ਵੀ ਚਿੰਤਤ ਹੈ ਗੁਰੂ, ਕਿ ਜੇ ਸਿੱਖ ਬਾਣੀ ਪੜ੍ਹਨ ਲੱਗ ਜੇ, ਜੇ ਇਹ ਸਿੱਖ ਧਰਮ ਦੀ ਕਾਰ ਲੱਗ ਜੇ ਕਰਨ, ਇਹਦਾ ਵਿਚਾਰੇ ਦਾ ਚੱਕਰ ਮੁੱਕ ਜੇ ਆਉਣਾ ਜਾਣਾ। ਗੁਰੂ ਸਾਡੇ 'ਤੇ ਬਹੁਤ ਤਰਸ ਕਰਦਾ ਹੈ, ਗੁਰੂ ਸਾਡੇ 'ਤੇ ਬਹੁਤ ਦਇਆ ਕਰਦਾ। ਉਹਨੂੰ ਲੱਗਦਾ ਜੇ ਠੇਕੇ, ਬਿਊਟੀ ਪਾਰਲਰ, ਇਹ ਨਾਈਆਂ ਦੇ ਜਾਣੋਂ ਹਟ ਜੇ, ਇਹ ਭੈੜੇ ਪਾਸੇ ਜਾਣੋਂ ਹਟ ਜੇ, ਇਹ ਜਿਹੜਾ ਹੈ ਜਨਮ ਮਰਨ ਦੇ ਸਰਕਲ ਤੋਂ ਬਾਹਰ ਹੋ ਜਾਏਗਾ। ਪਰ ਕਿੱਥੇ,
ਅਸੀਂ ਐਡੇ ਢੀਠ। ਉਹ ਜਿਵੇਂ ਨਾ ਕੋਈ ਫਿਲਮ ਦੇ ਲਿਖ ਕੇ ਲਾਇਆ ਹੋਇਆ ਸੀ ਗੱਲ 'ਤੇ, ਹਮ ਨਹੀਂ ਸੁਧਰੇਂਗੇ, ਅਸੀਂ ਪੱਕੇ ਹੀ ਲਾਇਆ ਕਿ ਅਸੀਂ ਨਹੀਂ ਸੁਧਰਦੇ। ਮਹਾਰਾਜ ਤੁਸੀਂ ਕਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਓ ਸਾਡੇ ਨਾਲੋਂ। ਸਤਿਗੁਰੂ ਹੀ ਕਿਰਪਾ ਕਰਨ ਸਾਡੇ 'ਤੇ, ਆਪਣੀ ਗੱਲ ਮਨਵਾ ਲੈਣ। ਕਹਿੰਦੇ ਹੁਣ ਮੇਰੀ ਇੱਛਾ ਹੈ ਕਿ ਮੈਂ ਉਹਦੇ ਹਮੇਸ਼ਾ ਹਮੇਸ਼ਾ ਨਾਲ ਮਿਲਿਆ ਰਹਾਂ। ਤਿਸ ਬਿਨ ਘੜੀ ਨਾ ਜੀਵੂੰ, ਬਿਨ ਨਾਮੈ ਮਰ ਜਾਊਂ। ਮਨ ਦੇ ਵਿੱਚ ਇੱਛਾ ਇਹ ਹੈ ਕਿ ਉਹਦੇ ਬਗੈਰ ਮੈਂ ਇੱਕ ਘੜੀ ਵੀ ਨਾ ਜੀਵਾਂ, ਇੱਕ ਘੜੀ ਵੀ ਨਾ ਜੀਵਾਂ, ਉਹਦੇ ਨਾਮ ਤੋਂ ਬਗੈਰ ਮੈਂ ਮਰ ਜਾ। ਸਾਧ ਸੰਗਤ ਜੀ, ਇਹ ਰੰਗ ਰਤੜੀਆਂ ਰੂਹਾਂ ਦੀ ਇਹ ਪਹਿਚਾਣ ਹੁੰਦੀ ਆ। ਬਾਬਾ ਕਬੀਰ ਜੀ ਕਹਿੰਦੇ ਨੇ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਵਿਸਰਾ ਰਾਮ ਸਨੇਹੀ। ਇਹ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਆਖਾਂ ਜੀਵਾਂ ਵਿਸਰਾ ਮਰ ਜਾਉਂ। ਇਹ ਜਿਹੜੇ ਉਹਦੇ ਜਿਵੇਂ ਮੱਛੀ ਹੈ ਨਾ, ਮੱਛੀ ਪਾਣੀ ਚੋਂ ਬਾਹਰ 1-2 ਮਿੰਟ ਰਹਿ ਸਕਦੀ ਹੈ, ਉਦੋਂ ਬਾਅਦ ਤੜਫ ਤੜਫ ਕੇ ਮਰਦੀ ਹੈ। ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਿੱਖ ਬਾਣੀ ਤੋਂ ਬਗੈਰ ਨਹੀਂ ਰਹਿ ਸਕਦਾ। ਜੇ ਮੱਛੀ ਪਾਣੀ ਤੋਂ ਬਗੈਰ ਰਹਿ ਜੇ ਨਾ, ਉਹਨੂੰ ਮੱਛੀ ਨਹੀਂ ਸਮਝਣਾ ਚਾਹੀਦਾ, ਉਹਦਾ ਕੋਈ ਕੱਛੂ ਡੱਡੂ ਕੋਈ ਹੋਰ ਮਗਰਮੱਛ ਸਮਝਣਾ ਚਾਹੀਦਾ। ਇਹਦਾ ਮਤਲਬ ਮੱਛੀ ਨਹੀਂ ਹੈ। ਜਿਹੜਾ ਸਿੱਖ ਬਾਣੀ ਤੋਂ ਬਗੈਰ ਰਹਿ ਰਿਹਾ ਉਹਨੂੰ ਸਿੱਖ ਨਾ ਸਮਝੋ। ਉਹ ਤਾਂ ਹੋ ਸਕਦਾ ਕਿਸੇ ਡੇਰੇ ਵਾਲਿਆਂ ਦਾ ਚੇਲਾ ਹੋਵੇ ਜਾਂ ਕੋਈ ਹੋਰ ਹੋਵੇ, ਅਣਮੱਤੀਆ ਹੋਵੇ। ਸਿੱਖ ਦੀ ਪਹਿਚਾਣ ਇਹ ਪਹਿਲੀ ਹੈ ਕਿ ਉਹ ਬਾਣੀ ਦੇ ਵਿੱਚ ਰੰਗ ਰਤੜਾ ਹੋਏਗਾ। ਜਿਵੇਂ ਮੱਛੀ ਦੀ ਪਹਿਚਾਣ ਹੀ ਇਹੀ ਹੈ। ਆਪਾਂ ਘਰੇ ਵੀ ਰੱਖੇ ਹੁੰਦੇ ਨਾ, ਉਹ ਬਣਾ ਕੇ ਕੱਚ ਦੇ ਬਕਸੇ ਜੇ, ਪਾਣੀ ਦਾ ਪ੍ਰਬੰਧ ਪਹਿਲਾਂ ਉਹਦੇ ਵਿੱਚ ਕੀਤਾ ਹੁੰਦਾ। ਸਿੱਖ ਵਾਸਤੇ ਵੀ ਸਤਿਗੁਰੂ ਨੇ ਗੁਰਬਾਣੀ ਦਾ ਪ੍ਰਬੰਧ ਕੀਤਾ, ਪਰ ਸਿੱਖ ਨਾ ਕਈ ਵਾਰੀ ਫਿਰ ਸਿੱਖ ਨਹੀਂ ਬਣਦਾ, ਉਹ ਕੁਛ ਹੋਰ ਬਣ ਜਾਂਦਾ। ਹੁਣ ਬਾਬਾ ਜੀ ਇਹੀ ਕਹਿ ਰਹੇ ਨੇ, ਕਹਿੰਦੇ ਉਹਦੇ ਬਗੈਰ ਤਾਂ ਬਿਨਾਂ ਨਾ ਤਾਂ ਮੈਂ ਮਰੇ ਜਾਊਂ। ਹੁਣ ਮੇਰੇ ਜਿਹੜੀ ਬਿਲਕੁਲ ਤੀਬਰ ਇੱਛਾ ਇਹ ਹੈ ਕਿ ਮੈਂ ਅੰਧਲੇ ਨਾਮ ਨਾ ਵਿਸਰੈ, ਟੇਕ ਟਿਕੀ ਘਰ ਜਾਊਂ। ਮੇਰੇ ਅੰਨੇ ਦੀ ਅਗਿਆਨੀ ਦੀ ਇਹ ਇੱਛਾ ਹੈ ਕਿ ਮਨੂ ਨਾਮ ਨਾ ਵਿਸਰੇ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਹੁਣ ਮੇਰੀ ਇੱਛਾ ਇਹੀ ਹੈ ਕਿ ਮੈਨੂੰ ਅੰਨੇ ਨੂੰ, ਅਗਿਆਨੀ ਨੂੰ ਇੱਕ ਚਸਾ ਵੀ, ਇੱਕ ਸਵਾਸ ਵੀ ਨਾਮ ਨਾ ਵਿਸਰੇ। ਮੇਰੀ ਟੇਕ ਉਹਦੇ ਉੱਤੇ ਟਿਕੀ ਰਹੇ, ਉਹਦੇ ਨਾਮ ਦੇ ਉੱਤੇ। ਜੇ ਨਾਮ ਤੇ ਫਿਰ ਕੀ ਆ, ਘਰ ਜਾਉਂ ਮੈਂ ਉਹਦੇ, ਜਿਹੜਾ ਹੈ ਆਪਣਾ ਨਿੱਜ ਘਰ, ਜਿਹਦੇ ਬਾਰੇ ਸਤਿਗੁਰੂ ਕਹਿੰਦੇ ਥਿਰ ਘਰ ਵੈਸੋ ਹਰ ਜਨ ਪਿਆਰੇ। ਆਪਣਾ ਨਿੱਜ ਘਰ, ਆਪਣਾ ਘਰ ਪਰਮ ਪਦ, ਚੌਥਾ ਪਦ, ਗੁਰਮੁਖ ਪਦ, ਬ੍ਰਹਮ ਗਿਆਨ, ਬੜੇ ਨਾਮ ਨੇ ਉਸ ਅਵਸਥਾ ਦੇ। ਕੋਈ ਸਤਵੀਂ ਭੂਮਿਕਾ ਕਹਿੰਦਾ, ਕੋਈ ਤੁਰਿਆ ਪਦ ਕਹਿੰਦਾ। ਕਹਿੰਦੇ ਮੈਂ ਉਸ ਘਰ 'ਚ ਚਲਿਆ ਜਾਵਾਂ। ਸਾਧ ਸੰਗਤ ਜੀ, ਉਸ ਘਰ 'ਚ ਹੈ ਕੀ ਹੈ? ਉਸ ਘਰ 'ਚ ਭਗਤ ਜੀ ਗਏ ਤੇ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ। ਦੇਖੋ ਆਪਾਂ ਸਾਰਾ ਸ਼ਬਦ ਪੜ੍ਹਦੇ ਹਾਂ, ਕਿੰਨਾ ਸੋਹਣਾ ਲੱਗਦਾ। ਕਹਿੰਦੇ ਉੱਥੇ ਨਾ ਕੋਈ ਈਰਖ ਹੈ, ਨਾ ਕੋਈ ਉੱਥੇ ਦਵੈਸ਼ ਹੈ, ਨਾ ਕੋਈ ਉੱਥੇ ਕੋਈ ਕਿਸੇ ਨੂੰ ਕੋਈ ਤੰਗ ਕਰਦਾ। ਬੇਗਮ, ਜਿੱਥੇ ਗਮ ਹੀ ਨਹੀਂ ਕੋਈ, ਜਿੱਥੇ ਆਨੰਦੇ ਆਨੰਦ ਹੈ, ਜਿੱਥੇ ਮਹਾ ਆਨੰਦ ਪਸਰਿਆ ਹੋਇਆ, ਉਹ ਅਵਸਥਾ ਸਾਧ ਸੰਗਤ ਜੀਓ। ਉਸ ਅਵਸਥਾ ਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਅਸੰਭਵ ਹੈ। ਮੁਸ਼ਕਲ ਨਹੀਂ, ਅਸੰਭਵ ਹੈ, ਕੀਤੇ ਨਹੀਂ ਜਾ ਸਕਦਾ, ਕਿਉਂਕਿ ਉਹ ਅਵਸਥਾ ਅੱਖਰਾਂ ਦੀ ਪਹੁੰਚ ਤੋਂ ਪਰੇ ਹੈ। ਜਿਹੜਾ ਉੱਥੇ ਆਨੰਦ ਹੈ। ਹੁਣ ਗਰੀਬ ਨਵਾਜ਼ ਕਹਿੰਦੇ ਨੇ ਮੈਂ ਫਿਰ ਉਸ ਘਰ 'ਚ ਪਹੁੰਚ ਜਾ। ਅੱਗੇ ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਨੇ, ਕਹਿੰਦੇ ਭਾਈ ਗੁਰੂ ਵੀ ਧਿਆਨ ਨਾਲ ਧਾਰਨ ਕਰਨਾ ਚਾਹੀਦਾ। ਐਵੇਂ ਨਹੀਂ ਕਿਸੇ ਦੇ ਕੱਪੜੇ ਜੇ ਦੇਖੇ ਮਾੜੇ ਜੇ ਤੇ ਉਸ ਨੂੰ ਗੁਰੂ ਧਾਰਨ ਕਰ ਲਓ। ਸਤਿਗੁਰੂ ਸਾਵਧਾਨ ਕਰਦੇ ਨੇ, ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀਂ ਠਾਉ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਮੈ ਕਿਆ ਸੁਆਓ। ਇਹ ਨਾਉਨ ਹੈ, ਇਸ ਕਰਕੇ ਇਹਨੂੰ ਸੁਆਉ ਨਹੀਂ ਪੜ੍ਹਨਾ, ਸੁਆਓ। ਸੁਆਓ ਮਨੇ ਹੁੰਦਾ ਆਦੇਸ਼। ਆਪਾਂ ਕਹਿੰਦੇ ਵੀ ਤੇਰਾ ਕੀ ਉਦੇਸ਼, ਸੁਆਰਥ, ਮਨੋਰਥ, ਸੁਆਦ ਵੀ ਇਹਦਾ ਮਤਲਬ ਹੁੰਦਾ। ਆਏ ਗਿਆ ਪਛਤਾਵਣਾ, ਜਿਉਂ ਸੁਣਿਆ ਘਰ ਕਾਉ। ਇਹਨੂੰ ਕਾਉ ਪੜ੍ਹਨਾ, ਕਾਉ, ਜਿਹਨੂੰ ਕਰੋ ਕਹਿੰਦੇ ਆਪਾਂ ਇੰਗਲਿਸ਼ ਦੇ ਵਿੱਚ।
ਕਹਿੰਦੇ ਜਿਨ੍ਹਾਂ ਦਾ ਗੁਰੂ ਅੰਨ੍ਹਾ ਹੈ, ਉਹਨੇ ਆਪਣੇ ਚੇਲਿਆਂ ਨੂੰ ਕੀ ਦੱਸਣਾ। ਮੈਨੂੰ ਯਾਦ ਹੈ ਆਪਣੇ ਇਹ 108 ਵਾਲੇ ਭੈਣ ਜੀ ਦੀ ਇੱਕ ਸਹੇਲੀ ਸੀ, ਉਹ 22 ਨੰਬਰ ਫਾਟਕ ਕੋਲੇ ਰਹਿੰਦੀ ਹੁੰਦੀ ਸੀ, ਸ਼ਾਇਦ ਅਜੀਤ ਨਗਰ ਹੈ ਜਾਂ ਕੋਈ ਹੋਰ, ਉੱਥੇ ਜੇ ਰਹਿੰਦੀ ਸੀ। ਉਹ ਸਹੇਲੀ ਹਿੰਦੂ ਸੀ। ਉਸ ਨੇ ਗੁਰੂ ਧਾਰਨ ਕੀਤਾ ਜਾ ਕੇ ਰਿਸ਼ੀਕੇਸ਼, ਕੋਈ ਹਰਿਦੁਆਰ ਜਾਂ ਰਿਸ਼ੀਕੇਸ਼ ਗੁਰੂ ਧਾਰਨ ਕੀਤਾ। ਉਹਨਾਂ ਦੇ ਗੁਰੂ ਇੱਥੇ ਆਏ ਉਹਨਾਂ ਦੇ ਘਰ, ਉਹਨਾਂ ਨੇ ਭੈਣ ਜੀ ਨੂੰ ਸੁਨੇਹਾ ਦਿੱਤਾ। ਭੈਣ ਜੀ ਜਦੋਂ ਅਸੀਂ ਸ਼ਾਮ ਨੂੰ ਆਏ ਇੱਥੇ ਤਾਂ ਬਾਬਾ ਜੀ ਨੇ ਕਿਹਾ ਆਪਣੇ ਸਕੂਟਰ ਬੰਦ ਨਾ ਕਰੋ, ਚਲੋ ਚੱਲੀਏ ਵੀ ਆਪਾਂ ਉਹਨਾਂ ਦੇ ਦਰਸ਼ਨ ਕਰਕੇ ਆਉਂਦੇ ਹਾਂ, ਸਾਧੂ ਆਏ ਨੇ। ਅਸੀਂ ਗਏ, ਬਿਲਕੁਲ ਉਹਨਾਂ ਦਾ ਚਿੱਟਾ ਦਾੜਾ, ਦੁੱਧ ਵਰਗਾ, ਬਾਲ ਪਿੱਛੇ ਨੂੰ ਕਰੇ ਹੋਏ ਉਹਨਾਂ ਨੇ, ਅਤੇ ਲਾਲ ਰੰਗ, ਐਨ ਬਦਾਮ ਵਰਗਾ ਰੰਗ ਉਹਨਾਂ ਦਾ। ਅਤੇ ਅਸੀਂ ਗਏ, ਜਾ ਕੇ ਚਲੋ ਫਤਿਹ ਬੁਲਾਈ, ਬੜਾ ਉਹ ਕੀਤਾ। ਹੁਣ ਉਹਨਾਂ ਆਪਣੇ ਮੁਤਾਬਕ ਦੱਸਿਆ, ਉਹ ਬੀਬੀ ਦਾ ਅਸੀਂ ਦੇਖਿਆ ਸਟੋਰ ਦੇ ਵਿੱਚ ਹੀ ਆਸਣ ਲਾਇਆ ਹੋਇਆ ਸੀ ਹੇਠਾਂ ਆਪ, ਮਤਲਬ ਦੇ ਹਫ਼ਤੇ ਦੇ ਵਿੱਚ 6 ਦਿਨ ਤਾਂ 5-6 ਦਿਨ ਤਾਂ ਵਰਤੇ ਰੱਖਦੇ ਸੀ, ਇਸ ਕਰਕੇ ਇੱਥੋਂ ਕਾਲਾ ਹੋ ਗਿਆ ਸੀ ਉਹਨਾਂ ਦਾ ਸਾਰਾ, ਮਤਲਬ ਜਿਹੜਾ ਹੈ ਸਾਰੀਆਂ ਚਮੜੀ ਕਾਲੀ ਪੈ ਗਈ ਸੀ, ਕਿਉਂਕਿ ਅੰਦਰ ਖੁਰਾਕ ਹੀ ਨਹੀਂ ਪਹੁੰਚਦੀ ਪੂਰੀ ਜਿੰਨੀ ਜਾਣੀ ਚਾਹੀਦੀ ਹੈ। ਫਿਰ ਕਿ ਜਿਹੜਾ ਛੋਟਾ ਜਿਹਾ ਆਪਣੇ ਕਿਚਨ ਫੈਨ ਜਿਹਾ ਹੁੰਦਾ ਨਾ, ਉਹੀ ਉਹਨਾਂ ਨੇ ਰੱਖਿਆ ਹੋਇਆ ਸੀ, ਬਸ ਉੱਥੇ ਹੀ ਸੌਂਦੇ ਸੀ ਉਹ। ਘਰ ਵਾਲਾ ਵੀ ਦੰਦਾਂ ਦਾ ਡਾਕਟਰ, ਸ਼ਾਇਦ ਕੁੜੀ ਵੀ ਦੰਦਾਂ ਦੀ ਡਾਕਟਰ ਸੀ, ਮੁੰਡਾ ਵੀ ਕੋਈ ਇੱਦਾਂ ਦਾ ਸੀ, ਕੋਈ ਸਾਰੇ ਡਾਕਟਰ ਸੀ, ਉਹ ਇਕੱਲੀ ਆਪ ਹੀ ਟੀਚਰ ਸੀ। ਸਾਧ ਸੰਗਤ ਜੀ, ਹੁਣ ਗੁਰੂ ਨੇ ਉਪਦੇਸ਼ ਦਿੱਤਾ, ਉਹ ਜਪਦੀ ਰਹੀ ਜਪਦੀ ਰਹੀ ਜਪਦੀ ਰਹੀ। ਹੁਣ ਇੰਨੀ ਦ੍ਰਿੜਤਾ ਵਾਲੀ ਬੀਬੀ ਉਹ ਆਪਣੇ ਗੁਰੂ ਤੋਂ ਅੱਗੇ ਲੰਘ ਗਈ। ਹੁਣ ਪ੍ਰੋਬਲਮ ਕੀ ਹੈ, ਜਦੋਂ ਸਿਮਰਨ ਕਰਦੀ ਸੀ ਉਹ ਸਿਰ ਦਰਦ ਹੁੰਦਾ ਸੀ ਉਹਦਾ, ਇੱਥੋਂ ਖਿੱਚਾਂ ਪੈਂਦੀਆਂ ਸੀ, ਸਿਰ ਦਰਦ ਕਰਦਾ ਸੀ। ਹੁਣ ਗੁਰੂ ਨੂੰ ਪੁੱਛਿਆ, ਉਹ ਕਹਿੰਦੇ बीबी हम तो यहीं तक पहुँचे हैं, आगे का हमारे को कोई पता नहीं। पै गया पंगा। फिर उन्हें बीबी जी नूं बेनती की, इन्हां नूं बीबी ने अपने बाबा जी नूं कहा, बाबा जी फिर उन्होंने हलौरां वाले महापुरखों को लेके गए। अगली पौड़ी फिर हलौरां वाले महापुरखों ने उन्होंने चढ़ाया अगला स्टैप। गुरु करना बिल्कुल अखां खोल के परख के, जदों गुरु कर लिया फिर अखां बंद कर लैणियां ने। जो गुरु कहंदा ना भी किकर नूं मिठाई लगेगी, फिर मन लेना चुप करके। गुरु नहीं अन्ना लभना, पर गुरु ते विश्वास अन्ना करना। फिर गुरु ने जे कहा ना मैनूं सिर चाहीदा, फिर उत्थे किंतु परंतु नहीं, फिर तो हाँ जी हाज़र है। फिर तो माफ़ी मंगी जांदे, सतगुरु तुसीं 3 आवाज़ां 2 आवाज़ां मारियां ने, मैं तीजी आवाज़ 'च उठिया, मैनूं मुआफ़ करो, क्योंकि जदों तुहाडी चरण पहो लई उहदी कहा सी ये तन मन धन सब सौंप गुर को, ये तो तुहाडा ही है सारा कुछ, तुहाडी अमानत दिंदियां होइयां मैं 2-3 आवाज़ां मरवा लियां। आसान नहीं करना। फिर मुआफ़ियां मंगणियां ने, सतगुरु मैं पहली आवाज़ 'च क्यों ना आया उठ के। पर हाँ जरूर गुरु करना, सानू कोई फिक्र नहीं है गुरु परख करन दा, साडा गुरु तो संपूर्ण है। 1708 ਦੇ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖ ਗਏ, ਉਦੋਂ ਬਾਅਦ ਬੇਅੰਤ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਬਣੇ ਨੇ। ਬੇਅੰਤ ਗੁਰੂ ਖਾਲਸੇ ਬ੍ਰਹਮ ਗਿਆਨ ਦਾ ਲੁਤਫ ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਰ ਅਪਾਰ ਕਿਰਪਾ ਸਦਕਾ ਮਾਣ ਰਹੇ ਨੇ। ਸਾਨੂੰ ਤਾਂ ਸ਼ੰਕਾ ਕਰਨ ਦੀ ਲੋੜ ਨਹੀਂ ਹੈ। ਪਰ ਮਹਾਰਾਜ ਸਾਵਧਾਨ ਕਰਦੇ ਨੇ, ਭਾਈ ਕਹਿੰਦੇ ਗੁਰੂ ਜਿਨ੍ਹਾਂ ਕਾ ਅੰਧਲਾ, ਜਿਨ੍ਹਾਂ ਦਾ ਗੁਰੂ ਅੰਨਾ ਚੇਲੇ ਨਾ ਹੀ ਠਾਉ, ਉਹਦੇ ਚੇਲੇ ਨੂੰ ਨਾ ਲੋਕ ਦੇ ਵਿੱਚ ਨਾ ਪਰਲੋਕ ਦੇ ਵਿੱਚ ਕਿਤੇ ਵੀ ਥਾਂ ਨਹੀਂ ਮਿਲਦੀ, ਕਿਉਂਕਿ ਥਾਂ ਤਾਂ ਗੁਰੂ ਨੇ ਲੱਭ ਕੇ ਦੇਣੀ ਸੀ। ਸਿੱਖਾ ਇਸ ਮਾਰਗ ਤੇ ਜਾ, ਇਹ 'ਚ ਬੜੇ ਬਿੰਗ ਨੇ, ਬੜੇ ਟੇਢ ਨੇ, ਬੜੀਆਂ ਉਚਾਈਆਂ ਨੇ, ਬੜੀਆਂ ਨਮਾਈਆਂ ਨੇ, ਬਹੁਤ ਕੁਛ ਹੈ। ਇਸ ਤੇ ਚੱਲ ਕੇ ਤੂੰ ਪਹੁੰਚ, ਉੱਥੇ ਥਾਂ ਦਵਾਉਣੀ ਹੈ ਗੁਰੂ ਨੇ, ਕਿਉਂਕਿ ਗੁਰੂ ਕੀ ਦਰਗਾਹ ਕਾ ਬਸੀਠ, ਉਹਨੇ ਦਰਗਾਹ ਦੇ ਵਿੱਚ ਸਾਡੀ ਵਿਚੋਲਗੀ ਕਰਨੀ ਹੈ। ਜਿਹੜਾ ਗੁਰੂ ਵਿਚਾਰਾ ਉੱਥੇ ਤੱਕ ਨਹੀਂ ਪਹੁੰਚਿਆ, ਉਹਨੇ ਦਰਗਾਹ ਦੇ ਵਿੱਚ ਜਾ ਕੇ ਕੀ ਗਵਾਹੀ ਦੇਗਾ ਸਾਡੀ? ਉਹ ਕੀ ਕਹੇਗਾ ਕਿ ਹਾਂ ਭਾਈ ਇਹਨੇ ਮੇਰਾ ਦਿੱਤਾ ਗੁਰਮੰਤਰ ਜਪਿਆ। ਫਿਰ ਉਹਨੇ ਸਾਨੂੰ ਗ੍ਰੇਸ ਮਾਰਕਸ ਕੀ ਦਵਾਉਣੇ ਨੇ? ਉਹ ਵੀ ਤਾਂ ਕਹੂਗਾ ਜੀ ਮੈਂ ਇਹਦੇ ਬੜੇ ਤਕੜੇ ਇਮਤਿਹਾਨ ਲਏ ਨੇ, ਠੀਕ ਹੈ ਪੂਰੇ ਨੰਬਰ ਨਹੀਂ ਲੈ ਸਕਿਆ ਜੀ, ਇਹ ਮੈਂ ਤਾਂ ਬਹੁਤ ਇਹਦੇ ਕਿਰਪਾ ਕਰੋ ਜੀ, ਇਹਦੇ ਨੰਬਰ ਤੁਸੀਂ ਮਤਲਬ ਗ੍ਰੇਸ ਮਾਰਕਸ ਦਿਓ। ਇਹ ਗੁਰੂ ਦੀ ਕਿਰਪਾ ਨਾਲ ਤਰਨਾ ਸੀ ਨੇ।
ਹੁਣ ਗਰੀਬ ਨਵਾਜ ਕਹਿੰਦੇ ਜਿਨ੍ਹਾਂ ਦਾ ਗੁਰੂ ਅੰਨ੍ਹਾ ਭਾਈ ਅਗਿਆਨੀ ਹੈ ਉਹਨਾਂ ਦੇ ਚੇਲਿਆਂ ਨੂੰ ਕਿਤੇ ਥਾਂ ਨਹੀਂ ਮਿਲਦਾ ਹੈਗਾ। ਇੱਕ ਇਹ ਵੀ ਹੁਣ ਕੰਡੀਸ਼ਨ ਰੱਖੀ ਆ ਸਤਿਗੁਰੂ ਨੇ, ਇੱਕ ਕੰਡੀਸ਼ਨ ਨਹੀਂ ਕਹਿ ਸਕਦੇ ਆਪਾਂ, ਇਹਨੂੰ ਇਹ ਕਹਿ ਸਕਦੇ ਹਾਂ ਇੱਕ ਜਿਹੜੀ ਅਟੱਲ ਸੱਚਾਈ ਆ, ਜਿਹੜਾ ਇੱਕ ਅਟੱਲ ਨਿਯਮ ਹੈ, ਉਹਦੇ ਬਾਰੇ ਜਾਣੂ ਕਰਵਾਉਂਦੇ ਨੇ ਸਤਿਗੁਰੂ ਸਾਨੂੰ। ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਮ ਹੈ ਕਿਆ ਸੁਭਾਉ। ਸਾਧ ਸੰਗਤ ਜੀ ਨਾਮ ਕਿਤੋਂ ਨਹੀਂ ਮਿਲਦਾ, ਨਾ ਕੋਈ ਦੇਵੀ, ਨਾ ਕੋਈ ਦੇਵਤਾ, ਨਾ ਕੋਈ ਪੀਰ, ਨਾ ਕੋਈ ਪੈਗੰਬਰ ਨਾਮ ਨਹੀਂ ਦੇ ਸਕਦਾ। ਹੁਣ ਸਤਿਗੁਰੂ ਕੌਣ ਹੈ? ਜਿਸ ਪਾਸ ਬੈਠਿਆਂ ਸੋਈ ਹੈ। ਇੱਕ ਥਾਂ ਤੇ ਸਤਿਗੁਰੂ ਲਿਖਦੇ ਨੇ ਜਿਸ ਪਾਸ ਬੈਠਿਆਂ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ ਪਰਮ ਪਦ ਲਹੀਐ। ਸਤਿਗੁਰੂ ਉਹ ਹੈ ਜਿਹਦੇ ਕੋਲ ਬੈਠਿਆਂ ਹੀ ਸਾਡੇ ਮਨ ਤੋਂ ਪਾਪਾਂ ਦੀ ਮੈਲ ਉਤਰ ਜੇ ਤੇ ਮਨ ਦੇ ਵਿੱਚ ਨਾ ਸਾਡੇ ਕੁੱਤ-ਕੁਤਾੜੀਆਂ ਹੋਣੀਆਂ ਸ਼ੁਰੂ ਹੋ ਜਾਣ। ਐਨ ਸਾਡਾ ਜਿਹੜਾ ਹਿਰਦਾ ਉਹ ਬਿਲਕੁਲ ਐ ਖਿੜਨਾ ਸ਼ੁਰੂ ਹੋ ਜੇ, ਖਿੜ ਜੇ ਸਾਡਾ ਹਿਰਦਾ, ਉਹ ਸਤਿਗੁਰੂ ਹੈ। ਸਾਧ ਸੰਗਤ ਜੀ ਜਦੋਂ ਅਸੀਂ ਪ੍ਰੇਮ ਦੇ ਵਿੱਚ ਭਿੱਜ ਕੇ ਆਵਾਂਗੇ ਨਾ ਗਰੀਬ ਨਵਾਜ ਸਤਿਗੁਰੂ ਕੋਲ, ਭਾਵ ਆਪਣੇ ਹਿਰਦੇ ਦਾ ਭਾਂਡਾ ਸਿੱਧਾ ਲੈ ਕੇ ਆਵਾਂਗੇ, ਮੇਰੇ ਸਤਿਗੁਰੂ ਨੇ ਖੜਿਆ ਦੇਣਾ ਸਾਡਾ। ਅਸੀਂ ਤਾਂ ਅਜੇ ਸਾਡਾ ਜਿਹੜਾ ਹਿਰਦਾ ਨਾ ਉਹ ਦੁਨਿਆਵੀ ਮੰਗਾਂ ਦੇ ਭਾਰ ਹੇਠਾਂ ਹੀ ਦਬਿਆ ਪਿਆ, ਉਹ ਖਿੜਨ ਨੂੰ ਵਿਚਾਰੇ ਨੂੰ। ਹੁਣ ਇੱਕ ਗੁਲਾਬ ਦਾ ਫੁੱਲ ਹੈ, ਉਹ 'ਤੇ ਰੱਖ ਦਈਏ 5 ਕਿਲੋ ਦਾ ਬੱਟਾ, ਕਿਵੇਂ ਖਿੜੇਗਾ ਉਹ? ਅਸੀਂ ਦੁਨਿਆਵੀ ਮੰਗਾਂ ਦਾ ਇਹ 'ਤੇ ਵੱਡਾ ਸਾਰਾ ਪੱਥਰ ਰੱਖ ਕੇ ਆਉਂਦੇ ਹਾਂ, ਮੇਰੀ ਧੀ ਦਾ ਐਂ ਹੋ ਜੇ, ਮੇਰੇ ਪੁੱਤਰ ਦਾ ਐਂ ਹੋ ਜੇ, ਮੇਰਾ ਐਂ ਹੋ ਜੇ, ਮੇਰਾ ਫਲਾਣਾ ਹੋ ਜੇ। ਇਸ ਕਰਕੇ ਖਿੜ ਨਹੀਂ ਰਿਹਾ। ਜਿੱਦੇ ਬਿਲਕੁਲ ਨਿਰਸਵਾਰਥ ਨਿਸ਼ਕਾਮ ਹੋ ਕੇ ਗੁਰੂ ਦੇ ਬਿਲਕੁਲ ਕੇਵਲ ਨਿਰੋਲ ਪ੍ਰੇਮ 'ਚ ਭਿੱਜ ਕੇ ਆਵਾਂਗੇ, ਸਤਿਗੁਰੂ ਕੇਵਲ ਤੇ ਕੇਵਲ ਤੂੰ ਹੀ ਆ ਮੇਰਾ ਹੋਰ ਕੋਈ ਹੈ ਨਹੀਂ। ਸਾਰੇ ਰਿਸ਼ਤੇਦਾਰ ਝੂਠੇ ਨੇ, ਮਾਂ ਬਾਪ ਛੱਡ ਕੇ ਚਲੇ ਗਏ, ਭਰਾ ਲਾਲਚ ਦੇ ਘੋੜੇ ਤੇ ਚੜੇ ਹੋਏ ਨੇ, ਭੈਣਾਂ ਪਰਾਏ ਵਸ ਨੇ, ਪੁੱਤਰ ਉਹ ਆਪਣੇ ਕੰਮਾਂ ਕਾਜਾਂ 'ਚ ਮਸ਼ਰੂਫ ਹੈ, ਧੀ ਉਹ ਵੀ ਆਪਣੇ ਘਰ ਚਲੀ ਗਈ, ਪਤਨੀ ਵੀ ਬੱਚਿਆਂ ਦੇ ਮੋਹ 'ਚ ਆ ਕੇ। ਆਮ ਕਰਕੇ ਮੈਂ ਦੇਖਿਆ ਨਾ 50 ਸਾਲ ਤੋਂ ਬਾਅਦ ਇਹ ਕੋਈ ਉਹ ਭਾਗਾਂ ਵਾਲੀ ਬੀਬੀ ਹੈ ਜਿਹੜੀ ਕੋਈ ਕਦਰ ਕਰਦੀ ਹੈ, ਨਹੀਂ। ਮੈਂ ਦੇਖਿਆ ਜ਼ਿਆਦਾਤਰ ਮੈਜੋਰਟੀ ਮੂੰਹ ਮੋੜ ਜਾਂਦੀਆਂ। ਕੋਈ ਉਹ ਭਾਗਾਂ ਵਾਲੀ ਹੁੰਦੀ ਹੈ ਜਿਹਨੂੰ ਕੋਈ ਸਤਿਗੁਰੂ ਦੀ ਕਿਰਪਾ ਹੋਵੇ, ਨਹੀਂ ਮੂੰਹ ਮੋੜ ਜਾਂਦੀਆਂ। ਇਹ ਵੀ ਮੂੰਹ ਮੋੜ ਗਈ, ਕਿਹਦੇ ਕੋਲ ਜਾਵਾਂ? ਕਿਸ ਹੀ ਕੋਈ ਕੋਏ ਮੰਝਨ ਮਾਣੀ ਇੱਕ ਥੂ, ਕਿਉਂ ਨਾ ਮਰੀਜਾ ਰੋਏ, ਜਾਂ ਲੱਗ ਚਿੱਤ ਨਾ ਆਵੇ। ਮਹਾਰਾਜ ਮੇਰਾ ਕੇਵਲ ਤੇ ਕੇਵਲ ਤੂੰ ਹੈ, ਤੂੰ ਮੇਰੀ ਬਾਂਹ ਪਕੜੀ ਹੈ। ਕਿਉਂਕਿ ਮਰਦ ਦਾ ਕੰਮ ਹੁੰਦਾ ਇੱਕ ਵਾਰੀ ਬਾਂਹ ਫੜ ਕੇ ਨਾ ਛੱਡਣਾ। ਤੂੰ ਤਾਂ ਮਰਦ ਅਗੰਮੜਾ ਮੇਰੇ ਦਾਤਿਆ, ਤੇਰਾ ਤਾਂ ਬਾਂਹ ਛੱਡਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਅਸਲੀ ਮਰਦ ਉਹੀ ਹੈ, ਇੱਕ ਵਾਰੀ ਬਾਂਹ ਫੜ ਲਈ ਫਿਰ ਉਹ ਰੂਪ ਅਨੁਰੂਪ ਨਹੀਂ ਵਿਚਾਰਦਾ। ਉਹਦਾ ਤਾਂ ਇੱਕੋ ਹੀ ਸਿਧਾਂਤ ਹੁੰਦਾ, ਸਿਰ ਦੀਜਾ ਬਾਂਹ ਨਾ ਛੋੜੀ ਹੈ, ਉਹਦਾ ਤਾਂ ਇੱਕੋ ਹੀ ਫਾਰਮੂਲਾ ਹੁੰਦਾ। ਹੁਣ ਗਰੀਬ ਨਵਾਜ ਇਹੀ ਕਹਿ ਰਹੇ ਨੇ, ਕਹਿੰਦੇ ਸਤਿਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਹੋਰ ਕਿਤੋਂ ਮਿਲਦੇ ਹੀ ਨਹੀਂ, ਧੀਆਂ ਪੁੱਤਰ ਹੋਰ ਬਥੇਰੀਆਂ ਥਾਵਾਂ ਤੋਂ ਮਿਲ ਜਾਣਗੇ। ਆਹ ਦੁੱਧ ਪੁੱਤ ਲక్ష్ਮੀ ਬਹੁਤ ਥਾਵਾਂ ਤੋਂ ਮਿਲ ਜਾਣਗੇ, ਪਰ ਨਾਮ ਕੇਵਲ ਤੇ ਕੇਵਲ ਸਤਿਗੁਰੂ ਦੇ ਸਕਦਾ। ਨਾਨਕ ਕਹਿ ਕਰ ਕੇਵਲ ਨਾਮ, ਨਾਨਕ ਕੋਲ ਕੇਵਲ ਨਾਮ ਹੀ ਹੈ। ਨਾਮ ਸਾਧ ਸੰਗਤ ਜੀ ਏਡੀ ਵੱਡੀ ਤਾਕਤ ਹੈ ਨਾ, ਆਪਾਂ ਨੂੰ ਕਹਿਣ ਨੂੰ ਤਾਂ 2 ਅੱਖਰਾਂ ਦਾ ਨਾਮ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਇਹ ਨਾਮ ਹੁਣ ਗੁਰੂ ਨਾਨਕ ਦੇਵ ਕੀ ਸੀ? ਨਾਮ ਨਹੀਂ ਆਪਣੀ ਇੱਕ ਸ਼ਕਲ ਅਖਤਿਆਰ ਕਰ ਲਈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਈ ਵਾਰੀ ਝਾਤੀ ਮਾਰਦਿਆਂ, ਮੇਰੇ ਸਤਿਗੁਰੂ ਧੰਨ ਹੈ ਤੂੰ, ਧੰਨ ਹੈ ਮੇਰੇ ਦਾਤਿਆ, ਤੂੰ ਪੱਥਰਾਂ ਨੂੰ ਵੀ ਪਿੰਗਲਾ ਕੇ ਰੱਖਤਾ। ਬੜੀ ਅਣਹੋਣੀ। ਦੇਖੋ ਆਪਾਂ ਕੱਲ ਪਰਸੋਂ ਵੀ ਇਹ ਸਾਂਝੀ ਕੀਤੀ ਸੀ ਗੱਲ, ਬਈ ਨੂਰੇ ਮਾਹੀ ਦੇ ਕੋਲੇ ਝੁੱਟ ਗਿਆ ਅਫਸਰ, ਅਜੇ ਸੂਏ ਪਈ ਨਹੀਂ ਹੈਗੀ, ਨਵੇਂ ਦੁੱਧ ਹੋਈ ਨਹੀਂ, ਭਾਂਡਾ ਵੀ ਛੇਕਾਂ ਵਾਲਾ ਹੈ ਗੰਗਾ ਸਾਗਰ। ਕਹਿੰਦੇ ਨੂਰਿਆ ਵਾਹਿਗੁਰੂ ਕਹਿ ਕੇ ਥਾਪੀ ਮਾਰ ਤੇ ਬਹਿ ਜਾ। ਕਹਿਣ ਵਾਲਾ ਵੀ ਪੂਰਾ ਤੇ ਫਿਰ ਸੁਣਨ ਵਾਲਾ ਵੀ ਪੂਰਾ, ਸੁਣ ਕੇ ਮੰਨ ਲਿਆ। ਜਿੰਨੀ ਸੁਣ ਕੇ ਮੰਨਿਆ ਸੇ ਪੁਰਖ ਪ੍ਰਧਾਨੇ। ਫਿਰ ਬੈਠ ਕੇ ਥਾਪੀ ਮਾਰ ਕੇ ਨੱਕੋ ਨੱਕ ਭਰਤਾ, ਲਓ ਸਤਿਗੁਰੂ ਪੀਓ। ਰੇਤਾ ਮੋਟਾ ਹੁੰਦਾ, ਪਾਣੀ ਦੁੱਧ ਪਤਲਾ ਹੁੰਦਾ,
ਰੇਤਾ ਕਿਰ ਜਾਂਦਾ ਉਹਦੇ ਵਿੱਚੋਂ, ਪਰ ਦੁੱਧ ਨਹੀਂ ਕਿਰਿਆ ਹੈਗਾ, ਦੁੱਧ ਨਹੀਂ ਵਗਿਆ ਉਹਦੇ ਵਿੱਚੋਂ। ਕਿੰਨਾ ਨਾਮ ਹੋਏਗਾ। ਸਾਧ ਸੰਗਤ ਜੀ, ਨਾਮ ਦੇ ਵਿੱਚ ਇੰਨੀ ਤਾਕਤ ਹੈ ਨਾ, ਜੇ ਆਪਾਂ ਕਹੀਏ ਪਾਣੀ ਇੱਥੇ ਖੜਾ ਦਈਏ, ਇੱਥੇ ਪਾਣੀ ਰੁਕ ਜਾਏਗਾ। ਕੋਈ ਵੱਡਾ ਪੱਥਰ ਵੀ ਕਹਿ ਦਈਏ, ਉਹ ਵੀ ਇੱਥੇ ਰੁਕ ਜਾਏਗਾ। ਨਾਮ 'ਚ ਇੰਨੀ ਤਾਕਤ ਹੈ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਇਹ ਜਿੰਨੇ ਇਹ ਖੰਡ ਬ੍ਰਹਮੰਡ, ਤਾਰੇ ਸਿਆਰੇ, ਗ੍ਰਹਿ ਨਕਸ਼ਤਰ, ਸੂਰਜ, ਇਹ ਘੁੰਮ ਰਹੇ ਨੇ ਨਾ ਹਜ਼ਾਰਾਂ ਲੱਖਾਂ ਕਿਲੋਮੀਟਰ ਦੀ ਸਪੀਡ ਤੇ। ਧਰਤੀ ਸਾਡੀ ਘੁੰਮ ਰਹੀ ਹੈ, ਸਾਰਾ ਕੁਝ ਚੱਲ ਰਿਹਾ ਹੈ, ਕਾਹਦੇ? ਨਾਮ ਦੇ ਆਸਰੇ। ਸਾਰੀ ਸ਼ਕਤੀ ਹੀ ਨਾਮ ਦੇ ਆਸਰੇ ਹੈ। ਮੇਰੇ ਦਾਤਾ ਜੀ ਕਹਿੰਦੇ ਇਹ ਨਾਮ ਫਿਰ ਸਤਿਗੁਰੂ ਤੋਂ ਬਗੈਰ ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ। ਸੰਸਾਰਕ ਚੀਜ਼ਾਂ ਤਾਂ ਹੋਰ ਮਿਲ ਜਾਣਗੀਆਂ। ਬਾਬਾ ਨਾਮਦੇਵ ਜੀ ਕਹਿੰਦੇ ਨੇ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਮੁਕਤ ਭਾਵ ਮੁਕਤੀ ਕਿਹਦੇ ਨਾਲ ਹੋਣੀ ਆ? ਨਾਮ ਦੇ ਨਾਲ। ਤੂੰ ਨਾਮ ਤਾਂ ਦੇ ਨਹੀਂ ਸਕਦੀ। ਮਹਾਰਾਜ ਕਹਿੰਦੇ ਸਤਿਗੁਰੂ ਤੋਂ ਬਗੈਰ ਨਾਮ ਨਹੀਂ ਕਿਤੋਂ ਪ੍ਰਾਪਤ ਕੀਤਾ ਜਾ ਸਕਦਾ। ਬਿਨ ਨਾਮੈ ਕਿਆ ਸੁਆਓ। ਨਾਮ ਤੋਂ ਬਗੈਰ ਇਸ ਦੁਨੀਆ ਤੇ ਆਉਣ ਦਾ ਕੀ ਸਵਾਰਥ ਹੈ? ਭਾਵ ਕੋਈ ਸਵਾਰਥ ਨਹੀਂ, ਕੋਈ ਉਦੇਸ਼ ਨਹੀਂ ਹੈ। ਚੌਥੇ ਪਾਤਸ਼ਾਹ ਨਾ ਕਈ ਵਾਰੀ ਕਹਿੰਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ RAM ਰਾਜੇ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਸਾਧ ਸੰਗਤ ਜੀ, ਨਾਮ ਸਾਡੀ ਅਤੀ ਜ਼ਰੂਰੀ ਲੋੜ ਹੈ। ਬਹੁਤ ਲੋੜੀਂਦਾ ਨਾਮ ਸਾਨੂੰ। ਪਰ ਇਹ ਮਾਇਆ ਦਾ ਨਾ ਛੁਣਛਣਾ ਜਾਂ ਐਸਾ ਸਾਡੇ ਹੱਥ ਫੜਾਇਆ, ਅਸੀਂ ਨਾਮ ਤੋਂ ਭੁੱਲੇ ਬੈਠੇ ਹਾਂ। TV ਮੂਹਰੇ 3-3 ਘੰਟੇ ਦੇਖ ਲੈਂਦੇ ਹਾਂ। ਆਹ WhatsApp ਖੋਲ੍ਹ ਲਈਏ, Facebook ਖੋਲ੍ਹ ਲਈਏ, ਪਤਾ ਨਹੀਂ ਲੱਗਦਾ 2.5-3 ਘੰਟੇ ਕਦੋਂ ਟੱਪ ਗਏ। ਰੌਲ ਕਿਤੇ 2 ਘੰਟੇ ਦੀ ਦੇਣੀ ਪੈ ਜੇ ਨਾ, ਕੋਈ ਬੰਦਾ 5 ਮਿੰਟ ਲੇਟ ਹੋ ਜੇ, ਮੈਨੂੰ ਲੱਗਦੀ ਆ ਮਨ ਦੇ ਵਿੱਚ ਗਾਲਾਂ ਕੱਢ ਕੱਢ ਕੇ ਢੇਰ ਲਾ ਦਿੰਦੇ ਹਾਂ, ਕਿੱਥੇ ਸੜਿਆ ਜਾਂ ਮਰ ਗਿਆ, ਇਹ ਪਤਾ ਨਹੀਂ, ਆਇਆ ਨਹੀਂ, ਮੇਰਾ ਤਾਂ ਵਾਸ਼ਰੂਮ ਦਾ ਪ੍ਰੈਸ਼ਰ ਬਣਿਆ, ਮੈਂ ਤਾਂ ਫਲਾਣੀ ਥਾਂ 'ਤੇ ਜਾਣਾ। ਘਰੇ ਵੀ ਕਿਤੇ ਸੁਖਮਨੀ ਸਾਹਿਬ ਦਾ ਮੇਰੇ ਵਰਗੇ ਨੂੰ ਪਾਠ ਕਰਨਾ ਪੈ ਜੇ ਨਾ, ਐਂ ਲੱਗਦਾ ਵੀ ਜਿਵੇਂ ਪਤਾ ਨਹੀਂ ਹੁਣ ਚੜਾ ਟੱਪਣਾ ਅੱਗੇ। ਬਈ ਇੰਨਾ ਟਾਈਮ ਯਾਰ, ਇਹ ਅਜੇ ਪੂਰੇ ਨਹੀਂ ਹੋਇਆ ਹੈ। ਘੜੀ ਵੱਲੇ ਨਿਗਾਹ ਜਾਈ ਜਾਂਦੀ ਹੈ, ਕਿਉਂਕਿ ਉਹ ਸਾਡੀ ਬੁੱਧੀ ਤੋਂ, ਸਾਡੇ ਲੈਵਲ ਤੋਂ ਉੱਪਰ ਹੈ। ਇਸ ਕਰਕੇ ਅਸੀਂ ਉਹਦਾ ਸਵਾਦ ਨਹੀਂ ਮਾਣ ਸਕਦੇ। ਆਹ ਜਿਹੜਾ ਦੂਸਰਾ ਗੰਦਮੰਦ ਮੋਬਾਈਲ ਵਾਲਾ, TV ਵਾਲਾ, ਇਹ ਸਾਡੇ ਲੈਵਲ ਦਾ, ਇਸ ਕਰਕੇ ਅਸੀਂ ਉਹ ਤੋਂ ਆਨੰਦ ਮਾਣ ਸਕਦੇ ਹਾਂ। ਹੁਣ ਇੱਕ ਮਲਿਆਂ ਦੇ ਬੇਰ ਹੁੰਦੇ ਨੇ, ਉਹ ਤਾਂ ਆਰਾਮ ਨਾਲ ਤੋੜੇ ਜਾ ਸਕਦੇ ਨੇ। ਹੁਣ ਬੇਰੀ ਦੇ ਬੇਰ ਨੇ ਉੱਪਰ, ਉਹ ਤਾਂ ਜਾਂ ਬੱਟੇ ਨਾਲ ਤੋੜਨੇ ਪੈਣਗੇ ਜਾਂ ਉੱਪਰ ਚੜ੍ਹ ਕੇ ਤੋੜਨੇ ਪੈਣਗੇ। ਬੇਰ ਵੀ ਤਾਂ ਕਮਲਿਆਂ ਨੂੰ ਵੀ ਲੱਗਦੇ ਨੇ, ਇੱਕ ਬੇਰੀਆਂ ਨੂੰ ਲੱਗਦੇ ਨੇ ਬੇਰ। ਮਲਿਆਂ ਦੇ ਬੇਰ ਤੱਕ ਤਾਂ ਕਿਸੇ ਦੀ ਵੀ ਪਹੁੰਚ ਹੋ ਸਕਦੀ ਹੈ, ਪਰ ਬੇਰੀ ਦੇ ਬੇਰ ਤੱਕ ਤਾਂ ਕੋਈ, ਫਿਰ ਜਿਹਦੇ ਡੌਲਿਆਂ 'ਚ ਤਾਕਤ ਹੋਊਗੀ ਉਹੀ ਤੋੜ ਕੇ ਖਾਏਗਾ। ਹੁਣ ਜਿਹੜਾ ਇਹ ਪਾਠ ਹੈ, ਗੁਰਬਾਣੀ ਹੈ, ਇਹ ਸਾਡੇ ਲੈਵਲ ਤੋਂ ਕਿਤੇ ਉੱਚੀ ਆ। ਅਸੀਂ ਵੀ ਹੌਲੀ ਹੌਲੀ ਆਪਣਾ ਲੈਵਲ ਉੱਚਾ ਕਰਨਾ, ਹੌਲੀ ਹੌਲੀ ਰੋਜ਼ ਰੋਜ਼ ਕਰਨਾ। ਕੱਲ੍ਹ ਕਿ ਮੈंने ਇੱਕ ਉਹ ਦੇਖ ਰਿਹਾ ਸੀ, ਵੀਡੀਓ ਭੇਜੀ ਕਿਸੇ ਨੇ, ਉਹ ਕਹਿੰਦੇ ਵੀ ਬ੍ਰਹਮ ਮੁਹੂਰਤ ਦਾ ਸਮਾਂ, ਕੋਈ ਹਿੰਦੂ ਸਾਧੂ ਸੀ, ਦਾੜਾ ਰੱਖਿਆ ਹੋਇਆ ਉਹਨਾਂ ਨੇ, ਮਸ਼ਹਿਰੇ ਪੂਰਾ ਕੇਸਾ ਧਾਰੀ ਨੇ। ਉਹ ਕਹਿੰਦੇ ਸੀ ਅੰਮ੍ਰਿਤ ਵੇਲੇ ਜਾਗਣਾ, ਬ੍ਰਹਮ ਮੁਹੂਰਤ ਦਾ ਸਮਾਂ, ਇਹ ਕਦੋਂ ਸ਼ੁਰੂ ਹੁੰਦਾ? ਉਹ ਕਹਿੰਦੇ 3:20 ਤੋਂ ਸ਼ੁਰੂ ਹੁੰਦਾ। ਇਹ ਬਾਬਾ ਜੀ ਨੇ ਵੀ ਦੱਸਿਆ ਸੀ ਬਹੁਤ ਸਾਲ ਪਹਿਲਾਂ, ਬਹੁਤ ਸਾਲ ਪਹਿਲਾਂ ਬਾਬਾ ਜੀ ਨੇ ਕਥਾ 'ਚ, ਮੈਨੂੰ ਫੇਰ ਯਾਦ ਆਇਆ, ਉਹ ਮੂਰਖਾ ਤੂੰ ਤਾਂ ਅੱਜ ਪੜ੍ਹ ਰਿਹਾ, ਬਾਬਾ ਜੀ ਦਾ ਕਈ ਸਾਲ ਪਹਿਲਾਂ ਇਹ ਦੱਸਿਆ ਸੀ। ਉਦੋਂ ਕਹਿੰਦੇ ਇਹ ਧਰਤੀ ਦੀ ਜਿਹੜੀ ਗਤੀ ਹੈ ਨਾ, ਉਹ ਜਿਹੜਾ ਇਹ ਲੈਟੀਟਿਊਡ ਵਗੈਰਾ ਹੈ ਸਾਰਾ, ਉਹਦੇ ਹਿਸਾਬ ਨਾਲ ਉਹਨੇ ਦੱਸਿਆ ਕਿ ਇਹ 3:20 ਤੋਂ ਸ਼ੁਰੂ ਹੁੰਦਾ ਹੈ ਤੇ 3:40 ਤੱਕ ਹੁੰਦਾ ਹੈ ਨਾਮ ਜਪਣ ਦਾ ਸਮਾਂ। ਉਦੋਂ ਤੁਸੀਂ ਉਸ ਹਿਸਾਬ ਨਾਲ ਉੱਠੋ ਕਿ ਜਿਹੜਾ ਇਸ਼ਨਾਨ ਪਾਣੀ ਕਰਕੇ, ਜੋ ਵੀ ਆਪਣੀ ਸ਼ੌਚ ਕਿਰਿਆ ਕਰਕੇ, ਤੇ ਜਿਹੜਾ ਹੈ 3:20 ਤੇ ਬੈਠ ਜਾਈਏ, ਘੱਟੋ ਘੱਟ 20 ਮਿੰਟ ਉਸ ਦਾ ਲੁਤਫ ਉਠਾਈਏ। ਜਿਹੜੇ ਮੇਰੇ ਵਰਗੇ ਉੱਠ ਕੇ ਨਾ 5-6 ਵਜੇ ਨਿਤਨੇਮ ਕਰਦੇ ਨੇ, ਸੱਚ ਕੋ ਅੰਮ੍ਰਿਤ ਵੇਲਾ ਨਹੀਂ ਹੁੰਦਾ, ਉਹ ਸੰਧਿਆ ਵੇਲਾ ਹੁੰਦਾ। ਯਾਦ ਰੱਖਣਾ, ਅੰਮ੍ਰਿਤ ਵੇਲਾ ਹੋਰ ਹੁੰਦਾ, ਸੰਧਿਆ ਵੇਲਾ ਹੋਰ ਹੁੰਦਾ। ਸੰਧਿਆ ਵੇਲਾ ਕੀ? ਸੰਧਿਆ ਤਾਂ ਉਹਨੂੰ ਕਹਿੰਦੇ ਨੇ ਜਦੋਂ ਇਹ ਰਾਤ ਅਤੇ ਦਿਨ ਆਪਸ ਦੇ ਵਿੱਚ ਸੰਧੀ ਕਰਦੇ ਨੇ, ਭਾਵ ਜੁੜਦੇ ਨੇ, ਉਹਨੂੰ ਕਹਿੰਦੇ ਸੰਧਿਆ ਵੇਲਾ। ਸੰਧਿਆ ਵੇਲਾ 2 ਵਾਰੀ ਹੁੰਦਾ, ਸਵੇਰੇ ਵੀ ਤੇ ਸ਼ਾਮ ਨੂੰ ਵੀ। ਇੱਕ ਹੋਰ ਵੇਲਾ ਹੁੰਦਾ, ਉਹਦਾ ਨਾਮ ਮੈਂ ਨਾਂ ਭੁੱਲ ਗਿਆ ਪ੍ਰੋਪਰ, ਉਹ ਰਾਤ ਨੂੰ 12 ਵਜੇ ਤੇ ਦਿਨੇ 12 ਵਜੇ ਹੁੰਦਾ। ਉਹ ਵੀ ਵੇਲਾ ਇੱਕ ਬੜਾ
ਮਹੱਤਵਪੂਰਨ ਹੁੰਦਾ। ਪਰ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਵੇਲਾ ਕਿਹਾ। ਪਰ ਸਾਧ ਸੰਗਤ ਜੀ ਹੁਣ ਕਿਹਦੇ ਕੋਲੇ ਟਾਈਮ ਹੈ? ਇਹ ਤਾਂ ਨਿਤਨੇਮ ਮਸਾਂ ਰੋਂਦੇ ਪਿੱਟਦੇ ਕਰਦੇ ਆ। ਉਹ ਵੀ ਕਹਿੰਦੇ ਆ ਮੇਰੇ ਵਰਗੇ ਰਲ ਕੇ ਸ਼੍ਰੋਮਣੀ ਕਮੇਟੀ ਤੇ 3 ਬਾਣੀਆਂ ਦਾ ਪਾਠ ਕਰ ਲਿਆ ਕਰੋ, 5 ਨੂੰ ਛੱਡੋ ਜੀ ਭਰਾ, 3 ਉਹ ਤਾਂ ਆਨੰਦ ਸਾਹਿਬ ਤੇ ਚਪਈ ਸਾਹਿਬ ਤਾਂ ਰਹਿ ਰਾਸ 'ਚ ਹੀ ਆ ਜਾਂਦੇ ਨੇ। ਉਹ ਮੇਰੇ ਵਰਗੇ ਨੇ ਕਿਸੇ ਨੇ ਇੱਦਾਂ ਦਾ ਵੀ ਕਰਤਾ ਕੰਮ। ਦੇਖੋ ਪੁਰਾਤਨ ਗੁਰਸਿੱਖ ਸੀ ਸਾਧ ਸੰਗਤ ਜੀ, ਪੁਰਾਣੇ ਖਾਲਸਿਆਂ ਦੇ ਨਾ ਇੱਧਰ ਤਾਂ ਕਿਰਪਾਨ ਹੁੰਦੀ ਸੀ, ਖੱਬੇ ਪਾਸੇ ਸੱਜੇ ਪਾਸੇ ਇੱਕ ਝੋਲਾ ਜਿਹਾ ਹੁੰਦਾ ਸੀ ਜਿਹਨੂੰ ਖਜ਼ਾਨਾ ਕਹਿੰਦੇ ਨੇ। ਉਹ ਐਨ ਵਧੀਆ, ਉਹਦੇ ਵਿੱਚ ਕਿਸੇ ਦੀ 5 ਗ੍ਰੰਥੀ ਹੈ, ਕਿਸੇ ਕੋਲੇ 10 ਗ੍ਰੰਥੀ ਹੈ। 5 ਬਾਣੀਆਂ ਤੋਂ ਇਲਾਵਾ ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ, ਅਕਾਲ ਉਸਤਤ ਜਿਹੜਾ ਹੈ, ਹੋਰ ਚਪਈਆਂ ਸਵਈਏ ਹੈ, ਪੂਰਾ ਮਤਲਬ 10ਵੇਂ ਗ੍ਰੰਥੀ ਦਾ ਪਾਠ ਕਰਕੇ ਉੱਠਦੇ ਹੁੰਦੇ ਸੀ। ਉਦੋਂ ਬਾਅਦ ਫਿਰ 25 ਪਾਠ ਇਹਦੇ ਜਪਜੀ ਸਾਹਿਬ ਦੇ, ਫਿਰ ਕਈ ਪਾਠ ਸੁਖਮਨੀ ਸਾਹਿਬ ਦੇ। ਸਾਰਾ ਦਿਨ ਹੀ ਮਤਲਬ ਲੰਘ ਜਾਂਦਾ ਸੀ ਇਹ ਬਾਣੀ ਪੜ੍ਹਦਿਆਂ, ਨਾਮ ਜਪਦਿਆਂ। ਗੁਰੂ ਕਲਗੀਧਰ ਪਿਤਾ ਨੇ ਤੈਨੂੰ ਤਾਂ ਕਿਹਾ ਨਾ, ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ। ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਰਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੈ। ਗਿਆਨਾ ਕੀ ਵੱਢਣੀ ਮਨੋ ਹਾਥ ਲੈ, ਕਾਤਰ ਤਾਕੁਤ ਵਾਰ ਬੁਹਾਰੈ। ਕਿੰਨੀ ਸੋਹਣੀ ਗੱਲ ਕਲਗੀਧਰ ਪਿਤਾ ਨੇ ਇਸ ਸਵਈਏ ਦੇ ਵਿੱਚ ਕਹੀ ਆ। ਸਾਧ ਸੰਗਤ ਜੀ ਅਸਲ ਉਹ ਜੀਵ ਧਨ ਨੇ ਜਿਹੜੇ ਮੂੰਹ ਦੇ ਨਾਲ ਪਾਠ ਪੜ੍ਹਦੇ ਨੇ, ਮਨ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਨਾਮ ਦਾ ਖੰਡਾ ਖੜਕਾਉਂਦੇ ਨੇ। ਕਈ ਬਤਾ ਮੈਂ ਦੇਖਿਆ ਮੇਰੇ ਵਰਗੇ ਬੁੱਢੇ ਹੋ ਗਏ, ਇਹ ਨਾਮ ਕਿਵੇਂ ਜਪਣਾ ਜੀ, ਕਦੋਂ ਜਪਣਾ ਜੀ, ਕਿੱਥੇ ਬੈਠ ਕੇ ਜਪਣਾ ਜੀ। ਸਾਨੂੰ ਤਾਂ ਸਵਾਸ ਦਾ ਹੁਕਮ ਹੈ। ਕਈ ਸਵਾਲ ਕਰਨਗੇ ਇਹ ਫਲਸ਼ 'ਚ ਬੈਠੇ ਵੀ ਜਪ ਸਕਦੇ ਆ? ਕਿਉਂ ਫਲਸ਼ 'ਚ ਬੈਠੇ ਕਿਉਂ ਨਹੀਂ ਜਪ ਸਕਦੇ? ਕਿਉਂ ਨਹੀਂ ਜਪ ਸਕਦੇ ਫਲਸ਼ 'ਚ ਬੈਠੇ? ਇਸ਼ਨਾਨ ਕਰਨ ਵੇਲੇ ਜਪ ਸਕਦੇ ਆ? ਕਿਉਂ ਨਹੀਂ ਜਪ ਸਕਦੇ ਇਸ਼ਨਾਨ ਕਰਨ ਵੇਲੇ? ਬਾਈ ਚਾਂਸ ਇਸ਼ਨਾਨ ਕਰਦੇ ਆਪਾਂ ਗਾਣੇ ਗਾ ਸਕਦੇ ਆ, ਵੀ ਨਾਮ ਨਹੀਂ ਜਪ ਸਕਦੇ? ਜੇ ਉੱਥੇ ਕੋਈ ਮੇਰੇ ਵਰਗਾ ਤਿਲਕ ਕੇ ਗੱਡੀਓ ਚੜ੍ਹ ਜੇ, ਇਹਦਾ ਮਤਲਬ ਫਿਰ ਬਈ ਬਿਨਾਂ ਨਾਮ ਤੋਂ ਜਾਊਗਾ ਉਹ। ਕੁਛ ਵੀ ਤਾਂ ਹੋ ਸਕਦਾ ਨਾ, ਬਾਥਰੂਮ 'ਚ ਕਿਹੜਾ ਇਹ ਵੀ ਮੌਤ ਨਹੀਂ ਆ ਸਕਦੀ। ਸਾਨੂੰ ਤਾਂ ਸਵਾਸ ਦਾ ਹੁਕਮ ਹੈ। ਸਾਧ ਸੰਗਤ ਜੀ ਇੱਕ ਇਹ ਵੀ ਹੈ ਜਿਹੜਾ ਧਰਮ ਹੈ ਨਾ, ਧਰਮ ਤੇ ਸਾਇੰਸ 2 ਐਸੇ ਸਬਜੈਕਟ ਨੇ, ਐਸੇ ਵਿਸ਼ੇ ਨੇ ਜਿਨ੍ਹਾਂ ਦਾ ਪ੍ਰੈਕਟੀਕਲ ਕਰਨਾ ਪੈਂਦਾ, ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਅਮਲ 'ਚ ਲਿਆਉਣਾ ਪੈਂਦਾ। ਸਾਇੰਸ ਬਿਨਾਂ ਪ੍ਰੈਕਟੀਕਲ ਤੋਂ ਜ਼ੀਰੋ ਹੈ। ਮੁਆਫ ਕਰਨਾ, ਧਰਮ ਵੀ ਪ੍ਰੈਕਟੀਕਲ ਤੋਂ ਬਿਨਾਂ ਜ਼ੀਰੋ ਹੈ। ਪੜ੍ਹਦਿਆਂ ਰਿਸ਼ਵਤ ਨਹੀਂ ਲੈਣੀ। ਬੇਸ਼ੱਕ ਧਾਰਮਿਕ ਪਹਿਰਾਵਾ ਪਾਈ ਫਿਰਾਂ, ਕੁਛ ਮਰਜ਼ੀ ਕਰੀ ਫਿਰਾਂ, ਰਿਸ਼ਵਤ ਲੈਣਾ, ਇਟ ਮੀਨਜ਼ ਮੈਂ ਧਾਰਮਿਕ ਨਹੀਂ। ਧਰਮ ਦਾ ਗਿਆਨ ਜ਼ਰੂਰ ਹੈ ਪਰ ਧਾਰਮਿਕ ਨਹੀਂ। ਧਰਮ ਦਾ ਗਿਆਨ ਹੋਣਾ ਹੋਰ ਹੈ, ਧਾਰਮਿਕ ਹੋਣਾ ਬਿਲਕੁਲ ਵੱਖਰੀ ਗੱਲ ਹੈ। ਜੇ ਪੜ੍ਹ ਲਿਆ ਅੰਮ੍ਰਿਤ ਵੇਲੇ ਜਾਗਣਾ, ਫਿਰ ਇਹ ਨਹੀਂ ਲੋਕਾਂ ਨੂੰ ਕਹੀ ਜਾਵਾਂ ਤੇ ਆਪ ਨਾ ਉੱਠਾਂ। ਉੱਠਣਾ ਬਣਦਾ। ਘੱਟੋ ਘੱਟ ਯਤਨ ਤਾਂ ਕਰੀਏ, ਅਲਾਰਮ ਤਾਂ ਲਾਈਏ, ਯਤਨ ਤਾਂ ਕਰੀਏ ਨਾ। 1 ਦਿਨ ਫੇਲ ਹੋ ਜਾਵਾਂਗੇ, 2 ਦਿਨ ਫੇਲ ਹੋ ਜਾਵਾਂਗੇ, ਮਹੀਨਾ ਫੇਲ ਹੋ ਜਾਵਾਂਗੇ, 6 ਮਹੀਨੇ ਫੇਲ ਹੋ ਜਾਵਾਂਗੇ, ਕਦੀ ਨਾ ਕਦੀ ਤਾਂ ਕਾਮਯਾਬ ਹੋਵਾਂਗੇ। ਕਿੰਗ ਬਰੂਸ ਵਾਂਗੂ ਕਦੀ ਨਾ ਕਦੀ ਤਾਂ ਕਾਮਯਾਬ ਹੋਵਾਂਗੇ ਨਾ। ਜਿਵੇਂ ਬਾਬਾ ਜੀ ਨੇ ਆਪਾਂ ਨੂੰ ਕਿੰਨੀ ਸੋਹਣੀ ਜੁਗਤੀ ਦੱਸੀ ਆ, 15-15 ਮਿੰਟ ਵਧਾ ਲਓ, 5-5 ਮਿੰਟ ਵਧਾ ਲਓ, 2-2 ਮਿੰਟ ਵਧਾ ਲਓ। ਮੈਂ ਕਹਿੰਦਾ ਕਿੰਨੇ ਸੂਰਮੇ ਨੇ ਉਹ ਲੋਕ ਜਿਹੜੇ ਅਲਾਰਮ ਵੱਜਦੇ ਐਨ ਬਿਲਕੁਲ ਡੰਡੇ ਵਾਂਗੂ ਖੜੇ ਹੋ ਜਾਂਦੇ ਨੇ। ਸਾਡੇ ਵਰਗਾ ਅਲਾਰਮ ਵੱਜਦਾ ਪਸਲੇਟੇ ਜੇ ਮਾਰੀ ਜਾਂਦੇ, ਇਹਨਾਂ ਨੂੰ ਗੱਲਬਾਤ ਨੀਂਦ ਫੇਰ ਪਾ ਲੈਂਦੀ ਆ, ਫੇਰ ਸੌਂ ਜਾਂਦੇ। ਕਿੰਨੇ ਤਕੜੇ ਨੇ ਉਹ ਲੋਕ, ਧੰਨ ਨੇ ਉਹ। ਅੰਮ੍ਰਿਤ ਵੇਲੇ ਜਾਗਣਾ ਖਾਲਾ ਜੀ ਦਾ ਵਾਲਾ ਨਹੀਂ ਹੈ। ਸਾਧ ਸੰਗਤ ਜੀ ਨਾਮ ਜਪਣ ਵਾਸਤੇ ਮਨ ਲੱਗੇ ਚਾਹੇ ਨਾ ਲੱਗੇ, ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ ਅੰਮ੍ਰਿਤ ਵੇਲੇ ਜਾਗਣ ਦਾ ਮਹਾਤਮ ਹੀ ਬਹੁਤ ਜ਼ਿਆਦਾ ਆ। ਉਹ ਭਾਵਨਾ ਚਿੱਤ 'ਚ ਰੱਖ ਕੇ ਇਸ਼ਨਾਨ ਕਰਨ ਦਾ ਤਾਂ ਬਹੁਤ ਜ਼ਿਆਦਾ ਮਹੱਤਮ ਆ। ਫਿਰ ਸਤਿਗੁਰੂ ਦੇ ਚਰਨ 'ਚ ਬੇਨਤੀ ਵੀ ਤਾਂ ਇਹੀ ਕਰਨੀ ਆ, ਗਰੀਬ ਨਵਾਜ ਸਾਰੀ ਰਾਤ ਸੁੱਖਾਂ ਭਰੀ ਬਤੀਤ ਹੋਈ ਹੈ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਨੇ, ਉੱਠੇ ਨੇ ਬਖਸ਼ੇ ਨੇ, ਉੱਠਣ ਦਾ ਉਦਮ ਪੁਰਸਾਰਥ ਬਖਸ਼ਿਆ। ਕਿਰਪਾ ਕਰਨੀ ਆ ਸਤਿਗੁਰੂ, ਇਹ 63 ਗੁਣੀ ਮਾਇਆ ਤੋਂ ਵੀ ਮੈਨੂੰ ਜਾਗਣੇ ਬਖਸ਼ੋ।
ਉਧਰੋਂ ਵੀ ਜਗਾ ਦਿਓ ਮੇਰੇ ਗਰੀਬ ਨਵਾਜ। ਮੇਰੇ ਪ੍ਰੀਤਮਾ, ਉੱਠਣ ਦਾ ਉਦਮ ਪੁਰਸਾਰਥ ਬਖਸ਼ਿਆ, ਹੁਣ ਮੈਨੂੰ ਨਾਮ ਜਪਣ ਦਾ ਉਦਮ ਵੀ ਤਾਂ ਦੇ ਦਿਓ, ਕਿਰਪਾ ਕਰ ਦਿਓ। ਸਾਧ ਸੰਗਤ ਜੀ, ਬੱਚਾ ਹੁੰਦਾ ਨਾ ਕੋਈ, ਉਹ ਹਾੜੇ ਕੱਢੀ ਜਾਂਦਾ, ਮਾਂ ਦੇ ਬਾਪ ਦੇ ਹਾੜੇ ਕੱਢੀ ਜਾਂਦਾ, ਰੋਈ ਜਾਂਦਾ, ਤਰਲੇ ਲਈ ਜਾਂਦਾ। ਮਾਂ ਬਾਪ ਨਾ ਅੱਕ ਕੇ ਫਿਰ ਉਹ ਚੀਜ਼ ਦੇ ਹੀ ਦਿੰਦੇ ਨੇ। ਇੱਕ ਗੱਲ ਯਾਦ ਰੱਖਣੀ ਹੈ, ਇਹ ਸਾਡੇ ਸੱਚੇ ਧਰਮੀ ਬਾਬਲ ਨੇ। ਸਾਡੀਆਂ ਜਿੱਦਾਂ ਇਹਨਾਂ ਨੇ ਪੂਰੀਆਂ ਕਰਨੀਆਂ, ਸਾਡੇ ਲਾਡ ਇਹਨਾਂ ਨੇ ਲੜਾਉਣੇ ਨੇ। ਸਾਡੀ ਜਿੱਦ ਕਿਸੇ ਹੋਰ ਨੇ ਨਹੀਂ ਪੂਰੀ ਕਰਨੀ। ਜਦੋਂ ਰੋਜ਼ ਬੇਨਤੀਆਂ ਕਰਾਂਗੇ, ਰੋਜ਼ ਪਿੱਟ ਸਿਆਪਾ ਪਾਵਾਂਗੇ, ਮੇਰੇ ਦਾਤਿਆ ਮੈਨੂੰ ਨਹੀਂ ਪਤਾ, ਮੈਨੂੰ ਤਾਂ ਦੇ ਲੈ ਕੇ ਦੇ, ਨਾਲ ਅਜਰ ਅਵਸਥਾ ਵੀ ਤੂੰ ਦੇਣੀ ਆ। ਸਾਡੀ ਜਿੱਦ, ਸਾਡਾ ਚਾਓ, ਸਾਡੀਆਂ ਇੱਛਾ ਤੂੰ ਪੂਰੀਆਂ ਕਰਨੀਆਂ। ਮੈਨੂੰ ਇੰਨਾ ਜ਼ਰੂਰ ਪਤਾ, ਮੇਰੇ ਸਤਿਗੁਰੂ ਪੱਥਰ ਦਿਲ ਨਹੀਂ ਹੈਗੇ। ਇਹ ਪੱਥਰ ਦਿਲ ਨਹੀਂ, ਬੜਾ ਨਰਮ ਦਿਲ ਹੈ ਮੇਰੇ ਗਰੀਬ ਨਵਾਜ ਦਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਬੇਨਤੀਆਂ ਕਰਾਂਗੇ, ਮੰਨੇ ਜਾਣਾ ਮੇਰੇ ਦਾਤੇ ਨੇ। ਗਰੀਬ ਨਵਾਜ ਕਹਿੰਦੇ ਸਤਿਗੁਰੂ ਤੋਂ ਬਗੈਰ ਤਾਂ ਫਿਰ ਨਾਮ ਕਿਤੇ ਮਿਲਦਾ ਹੀ ਨਹੀਂ। ਅਤੇ ਜੇ ਫਿਰ ਨਾਮ ਤੋਂ ਬਗੈਰ ਇੱਥੇ ਸੰਸਾਰ 'ਤੇ ਆਉਣ ਜਾਣ ਦਾ ਕੀ ਸਵਾਰਥ ਹੈ? ਕੁਛ ਵੀ ਨਹੀਂ। ਮਾਣੂ ਘੱਲੈ ਉੱਠੀ ਚੱਲੈ, ਸਾਧ ਨਾਹੀਂ ਅਵੇਹੀ ਗੱਲ ਹੈ। ਮਾਣੂ ਮਨੁੱਖ ਨੂੰ ਕਹਿੰਦੇ ਨੇ। ਮਾਣੂ ਘੱਲਾ ਮਨੁੱਖ ਸੰਸਾਰ ਦੇ ਵਿੱਚ ਆਇਆ, ਐਸੇ ਤਰ੍ਹਾਂ ਹੀ ਖਾਲੀ ਹੱਥ ਉੱਠ ਕੇ ਚੱਲ ਗਿਆ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਧ ਨਾਹੀਂ ਅਵੇਹੀ ਗੱਲ ਹੈ। ਇਹ ਜੀ ਗੱਲ 'ਚ ਕਿਹੜਾ ਸਵਾਦ ਹੈ? ਬਾਜ਼ਾਰ ਗਏ ਆਪਾਂ ਤੇਲ ਫੂਕ ਕੇ, ਲਿਆਂਦਾ ਕੁਛ ਵੀ ਨਾ, ਖਰੀਦ ਕੇ ਕੁਛ ਵੀ ਨਾ ਲਿਆਂਦਾ, ਐਵੇਂ ਫਿਰ ਲੋਕਾਂ 'ਚ ਮੋਢੇ ਮਾਰ ਕੇ ਮੁੜਿਆ। ਐਵੇਂ ਲੋਕਾਂ ਤੋਂ ਗਾਲਾਂ ਹੀ ਖਾ ਕੇ ਮੁੜਿਆ। ਲਿਆਂਦਾ ਤਾਂ ਕੁਛ ਨਾ। ਬਾਜ਼ਾਰ ਗਏ ਹਾਂ, ਕੁਛ ਤਾਂ ਲੈ ਕੇ ਆਈਏ। ਆਏ ਹਾਂ ਸੰਸਾਰ ਰੂਪੀ ਬਾਜ਼ਾਰ ਦੇ ਵਿੱਚ, ਕੁਛ ਸੌਦਾ ਤਾਂ ਖਰੀਦ ਕੇ ਲੈ ਕੇ ਜਾਈਏ। ਬਾਪ ਤੋਂ ਵੀ ਜੁੱਤੀਆਂ ਖਾਧੀਆਂ, ਮਾਂ ਦੀਆਂ ਵੀ ਝਿੜਕਾਂ ਖਾਧੀਆਂ, ਘਰ ਵਾਲੀ ਤੋਂ ਵੀ ਜਿਹੜਾ ਹੈ ਤੱਤੇ ਠੰਡੇ ਸੁਣੇ, ਧੀਆਂ ਪੁੱਤਾਂ ਤੋਂ ਵੀ ਜਿਹੜਾ ਹੈ ਸ਼ਲੋਕ ਸੁਣੇ, ਖੱਟ ਕੇ ਕੁਛ ਲੈ ਕੇ ਨਾ ਗਏ। ਝਾੜਾਂ 'ਚ ਬਾਂਹ ਹੱਥ ਵੀ ਫਸਵਾਏ ਅਤੇ ਬੇਰ ਤੱਕ ਵੀ ਨਾ ਹੱਥ ਆਇਆ। ਕੀ ਫਾਇਦਾ ਹੋਇਆ ਫਿਰ ਇਹੋ ਜਿਹੇ ਬਾਗ 'ਚ ਜਾਣ ਦਾ? ਹੁਣ ਇੰਨੇ ਦੁਖੜੇ ਸਹੇ ਨੇ, ਬਚਪਨ ਦੇ, ਲੋੜਾਂ ਦੇ, ਥੋੜਾਂ ਦੇ, ਟੀਚਰਾਂ ਤੋਂ ਕੰਨ ਪਟਵਾਏ, ਕੁਛ ਤਾਂ ਖੱਟ ਕੇ ਲੈ ਕੇ ਜਾਈਏ ਨਾ। ਨਹੀਂ ਫਿਰ ਅਗਲੇ ਜਨਮ 'ਚ ਇੰਨੀਆਂ ਜੁੱਤੀਆਂ ਫੇਰ ਤਿਆਰ ਨੇ। ਨਹੀਂ ਫਿਰ ਤਾਂ ਤਿਆਰ ਹੀ ਨੇ। ਹੋ ਸਕਦਾ ਕੋਈ ਗਧੇ ਹੀ ਬਣਨਾ ਪੈ ਜੇ, ਜਾਂ ਬੰਦੇ ਹੀ ਬਣ ਕੇ ਦਿਮਾਗ ਗਧੇ ਵਾਲਾ ਰੱਬ ਨੇ ਫਿੱਟ ਕਰਤਾ। ਕੋਈ ਗਰੰਟੀ ਹੈ ਕਿ ਜੀ ਅਸੀਂ ਬੇਦ ਵਿਆਸੀ ਜੰਮਾਂਗੇ ਅਗਲੇ ਜਨਮ 'ਚ? ਇਹ ਤਾਂ ਕੋਈ ਗਰੰਟੀ ਨਹੀਂ ਹੈ। ਇਸ ਕਰਕੇ ਇਹ ਸੁਨਹਿਰੀ ਮੌਕਾ ਹੱਥ ਆਇਆ, ਅਸੀਸ ਦਿਓ ਕਿ ਇਸ ਦਾ ਸਾਰਥਕ ਲਾਭ ਉਠਾ ਸਕੀਏ। ਇਹ ਅਸੀਸ ਦਿਓ ਕਿਉਂਕਿ ਆਪ ਜੀ ਗੁਰੂ ਰੂਪ ਹੋ। ਪ੍ਰੀਤਮ ਅੱਗੇ ਫਰਮਾ ਰਹੇ ਨੇ, ਆਏ ਗਿਆ ਪਛਤਾਵਣਾ, ਜਿਉਂ ਸੁਣਿਆ ਘਰ ਕਾਉ। ਇਹ ਸੰਸਾਰ 'ਤੇ ਆਉਣਾ ਅਤੇ ਜਾਣਾ ਪਛਤਾਵਾ ਬਣ ਜਾਣਾ। ਬਿਲਕੁਲ ਜਿਵੇਂ ਸੁੰਨੇ ਘਰ 'ਚ ਕਾਂ ਆ ਜਾਂਦਾ ਨਾ, ਉਹ ਬਨੇਰੇ 'ਤੇ ਬੈਠਾ ਕਾਂ ਕਾਂ ਕਰੀ ਜਾਵੇ, ਉਹਨੂੰ ਹੁਣ ਉੱਥੇ ਰੋਟੀ ਥੋੜ੍ਹਾ ਮਿਲੂਗੀ। ਜਿਹੜਾ ਵੱਸਦਾ ਘਰ ਹੈ ਉੱਥੇ ਤਾਂ ਰੋਟੀ ਪੱਕਦੀ ਹੈ, ਕੋਈ ਬੁਰਕੀ ਬਚ ਗਈ ਉਹ ਰੱਖ ਦਿੰਦੇ ਨੇ ਜਿਹੜਾ ਕੰਧੋਲੀ 'ਤੇ ਕਿ ਆਪੀ ਲੈ ਜਾਊਗਾ ਕਾਂ ਕੂੰ ਚੱਕ ਕੇ ਕੋਈ। ਹੁਣ ਜਿਹੜਾ ਘਰ 'ਚ ਕੋਈ ਰਹਿੰਦੇ ਨਹੀਂ, ਉੱਥੇ ਕਿਹੜਾ ਪਰੌਂਠੇ ਪਕਾਊਗਾ, ਕਿਹੜਾ ਉੱਥੇ ਰੱਖੂਗਾ? ਉਹ ਚਾਹੇ ਸਾਰਾ ਦਿਨ ਕਾਂ ਕਾਂ ਕਰੀ ਜਾਵੇ, ਉਹਨੂੰ ਕੱਖ ਵੀ ਨਹੀਂ ਪੱਲੇ ਪੈਣ ਲੱਗਿਆ। ਬਿਲਕੁਲ ਉਹ ਸੁੰਨੇ ਘਰ ਦੇ ਕਾਂ ਵਾਂਗ ਇੱਥੇ ਤਾਂ ਜਿਹੜੇ ਖਾਲੀ ਚਲੇ ਗਏ ਨਾ, ਫਿਰ ਇੱਥੇ ਆਉਣਾ ਜਾਣਾ ਪਛਤਾਵਾ ਬਣ ਜਾਣਾ। ਅੱਗੇ ਗਰੀਬ ਨਵਾਜ ਫਰਮਾਉਂਦੇ ਨੇ, ਉਦਾਹਰਣ ਵੀ ਦਿੰਦੇ ਨੇ, ਬਿਨ ਨਾਮੈ ਦੁੱਖ ਦੇਹੁਰੀ, ਜਿਉਂ ਕੱਲਰ ਕੀ ਭੀਤ, ਤਬ ਲੱਗ ਮਹਿਲ ਨਾ ਪਾਈਐ, ਜਬ ਲੱਗ ਸਾਚ ਨਾ ਚੀਤ, ਸ਼ਬਦ ਰਪੈ ਘਰ ਪਾਈਐ, ਨਿਰਵਾਣੀ ਪਦ ਨੀਤ। ਨਾਮ ਤੋਂ ਬਗੈਰ ਤਾਂ ਇਹ ਜਿਹੜੀ ਦੇਹੁਰੀ ਹੈ, ਸਾਡਾ ਸਰੀਰ ਹੈ, ਇਹ ਤਾਂ ਦੁੱਖ ਰੂਪ ਹੈ। ਇਹ ਤਾਂ ਦੁੱਖ ਦੇ ਵਿੱਚ ਮੱਚਦਾ ਸਾਰਾ ਦਿਨ, ਦੁੱਖ ਦੀ ਭੱਠੀ 'ਚ ਸੜਦਾ। ਜਿਵੇਂ ਨਾ ਉਹ ਮਤਲਬ ਕਾੜਨੀ ਹੁੰਦੀ ਆ, ਤੜਕੀ ਸੁਆਣੀ ਦੁੱਧ ਪਾ ਕੇ ਉਹਦੇ ਵਿੱਚ ਪਾਥੀਆਂ ਲਾ ਕੇ ਰੱਖ ਦਿੰਦੀ ਆ, ਸਾਰਾ ਦਿਨ ਰਿੱਝੀ ਜਾਂਦੀ ਹੈ ਵਿਚਾਰੀ ਉਹ। ਆਹ ਪਹਿਲਾਂ ਮੂੰਗੀ ਦੀ ਦਾਲ ਵੀ ਹਾਰਿਆਂ 'ਚ ਰੱਖਦੇ ਹੁੰਦੇ ਸੀ, ਆਹ ਜਿਹੜਾ ਹੈ ਸਾਗ ਸੂਗ ਵੀ ਰੱਖਦੇ ਹੁੰਦੇ ਸੀ ਹਾਰਿਆਂ 'ਚ।
ਤੇ ਬਸ ਉਹ ਅੱਗ ਮਚਾ ਦੇਣੀ। ਸਾਰਾ ਦਿਨ ਉਹਨੇ ਵਿਚਾਰੀ ਨੇ ਜਿਹੜਾ ਹੈ ਤਪੀ ਜਾਣਾ, ਸੜੀ ਜਾਣਾ। ਹੁਣ ਦੇਖੋ ਕਈ ਭਾਂਡੇ ਨੇ ਉਹਨਾਂ ਵਿੱਚ ਦਹੀਂ ਜਮਾਉਂਦੇ ਨੇ, ਠੰਡਾ ਪਾਣੀ ਪੈਂਦਾ, ਕੋਈ ਮਿੱਠਾ ਠੰਡਾ ਪੈਂਦਾ, ਕਿਸੇ 'ਚ ਘਿਓ ਪਾਉਂਦੀ ਹੈ ਸੁਆਣੀ, ਕੁਛ ਕਰਦੀ ਹੈ। ਹੁਣ ਸਤਿਗੁਰੂ ਕਹਿੰਦੇ ਨਾਮ ਤੋਂ ਬਗੈਰ ਤਾਂ ਐਂ ਹੈ ਵੀ ਜਿਵੇਂ ਬਸ ਦੁੱਖ ਦੀ ਭੱਠੀ 'ਚ ਹੀ ਹੈ, ਦੁੱਖ ਦੇ ਹਾਰੇ 'ਚ ਹੀ ਸੜ ਰਹੀ ਹੈ। ਜਿਉਂ ਕੱਲਰ ਕੀ ਭੀਤ, ਜਿਵੇਂ ਕੱਲਰ ਵਾਲੀ ਸੋਰੇ ਵਾਲੀ ਕੰਧ ਹੁੰਦੀ ਹੈ ਨਾ, ਹੌਲੀ ਹੌਲੀ ਕਿਰੀ ਜਾਂਦੀ ਹੈ। ਪਿੰਡਾਂ ਦੇ ਵਿੱਚ ਮੈਂ ਦੇਖਿਆ ਜਦੋਂ ਸਾਡੇ ਪਿੰਡਾਂ 'ਚ ਸੇਮ ਆਈ ਹੈ ਨਾ, ਕੱਲਰ ਪੈ ਗਏ, ਤਾਂ ਕੰਧਾਂ ਜਿਹੜੀਆਂ ਪਲਸਤਰ ਕੀਤਾ ਹੋਣਾ ਜਾਂ ਟੀਪ ਕੀਤੀ ਹੋਣੀ ਕੰਧਾਂ 'ਤੇ, ਹੌਲੀ ਹੌਲੀ ਉਹ ਸਾਰੀ ਝੜੀ ਜਾਣੀ, ਵਿੱਚੋਂ ਰੇਤਾ ਝੜ ਜਾਣਾ, ਵਿੱਚ ਦੀ ਨਾ ਉਹ ਰੇਤਾ ਝੜ ਜਾਣਾ ਤਾਂ ਬਿੱਥਾਂ ਦੇ ਵਿੱਚ ਦੀ ਅੱਗੇ ਮਤਲਬ ਜਿਹੜਾ ਹੈ ਉਹ ਘਰ ਦੇ ਅੰਦਰ ਦਿਸਣਾ ਸ਼ੁਰੂ ਹੋ ਜਾਣਾ ਵੀ ਅੰਦਰ ਕੌਣ ਕੀ ਕਰਦਾ, ਅੰਦਰ ਕੌਣ, ਸਾਰਾ ਹੋ ਬਸ ਉਹ ਤਾਂ ਕੱਚੀਆਂ ਕੰਧਾਂ ਸੀ ਜਿਹੜੀਆਂ, ਉਹ ਕੱਚੀਆਂ ਫਿਰ ਉਹੀ ਸੋਰੇ ਨਾਲ ਜਿਹੜੀਆਂ ਹੈ ਉਹੀ ਢਹਿ ਜਾਣੇ ਸੀ। ਇਹ ਕੱਲਰ ਦੀ ਕੰਧ ਵਾਂਗ ਦੁਖੀ ਹੁੰਦੀ ਹੈ, ਭਾਵ ਅੱਠੋਂ ਪੈਰ ਕਿਰੀ ਜਾਂਦੀ ਹੈ, ਛਿਣ ਝਰੀ ਜਾਂਦੀ ਹੈ। ਤਬ ਲੱਗ ਮਹਿਲ ਨਾ ਪਾਈਆ, ਜਬ ਲੱਗ ਸਾਚ ਨਾ ਚੀਤ। ਕਹਿੰਦੇ ਜਿੰਨੀ ਦੇਰ ਇਹ ਸੱਚਾ ਨਾਮ ਚੇਤੇ ਦੇ ਵਿੱਚ ਨਹੀਂ ਵਸਦਾ। ਸਾਧ ਸੰਗਤ ਜੀ, ਇੱਕ ਤਾਂ ਹੁੰਦਾ ਮੂੰਹ 'ਚ ਜਪਣਾ, ਇੱਕ ਹੁੰਦਾ ਚੇਤੇ 'ਚ ਵਸਣਾ। ਹੁਣ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਹੈਗੇ ਸੰਸਾਰੀ ਗ੍ਰਸਤੀ ਬੰਦੇ। ਸਾਡੇ ਚੇਤੇ 'ਚ ਵਸੀ ਹੋਈ ਹੈ ਧੀ, ਸਾਡੇ ਚੇਤੇ 'ਚ ਵਸਿਆ ਹੋਇਆ ਪੁੱਤ, ਸਾਡੇ ਚੇਤੇ 'ਚ ਵਸਿਆ ਹੋਇਆ ਆਪਣਾ, ਸਾਡੇ ਚੇਤੇ 'ਚ ਵਸਿਆ ਹੋਇਆ ਪਰਾਇਆ, ਸਾਡੇ ਚੇਤੇ 'ਚ ਵਸਿਆ ਹੋਇਆ ਮਿੱਤਰ, ਸਾਡੇ ਚੇਤੇ 'ਚ ਵਸਿਆ ਹੋਇਆ ਦੁਸ਼ਮਣ, ਜਿਹੜਾ ਭੁਲਾਇਆ ਹੋਇਆ ਵੀ ਨਹੀਂ ਭੁੱਲਦਾ। ਲੱਖ ਭੁਲਾਉਣ ਦਾ ਯਤਨ ਕਰੀਏ ਦੁਸ਼ਮਣ ਨੂੰ, ਮਿੱਤਰ ਨਾਲੋਂ ਵੱਧ ਯਾਦ ਆਉਂਦਾ ਹੈ। ਮਿੱਤਰ ਤਾਂ ਜਦੋਂ ਯਾਦ ਆਉਂਦਾ ਹੋ ਸਕਦਾ ਸਾਡੇ ਸਰੀਰ 'ਤੇ ਕੋਈ ਪ੍ਰਭਾਵ ਪਵੇ ਨਾ ਪਵੇ, ਪਰ ਜਦੋਂ ਦੁਸ਼ਮਣ ਯਾਦ ਆਉਂਦਾ ਨਾ, ਕਈ ਵਾਰੀ ਹੱਥ 'ਚ ਸੁਖਮਨੀ ਸਾਹਿਬ ਦਾ ਗੁਟਕਾ ਵੀ ਹੁੰਦਾ ਨਾ, ਬੈਠਾ ਗੁੱਸੇ 'ਚ ਕੰਬਦਾ ਹੁੰਦਾ, ਉਹ ਤਾਂ ਬਾਹਰ ਨਹੀਂ ਚੱਲਦੀ ਬੰਦੇ ਦੀ। ਸਾਡੇ ਚੇਤੇ 'ਚ ਤਾਂ ਇਹ ਵਸੇ ਹੋਏ ਨੇ। ਮਹਾਰਾਜ ਕਹਿੰਦੇ ਜਿੰਨੀ ਦੇਰ ਸੱਚਾ ਨਾਮ ਚਿੱਤ 'ਚ ਨਹੀਂ ਵਸਦਾ ਨਾ, ਉਦੋਂ ਤੱਕ ਪਤੀ ਪਰਮੇਸ਼ਰ ਦਾ ਮਹਿਲ ਟਿਕਾਣਾ ਘਰ, ਉਹਦੀ ਅਟਾਰੀ ਪ੍ਰਾਪਤ ਨਹੀਂ ਹੋਣ ਲੱਗੀ, ਭਾਵ ਉੱਥੇ ਸਾਨੂੰ ਬਾਸਾ ਨਹੀਂ ਮਿਲਣ ਲੱਗਿਆ, ਮਿਲਣੇ ਨਹੀਂ। ਉੱਥੇ ਸ਼ਰਤ ਹੀ ਇਹੀ ਆ, ਜਿਹਦੇ ਪੱਲੇ ਸੱਚ ਹੈ ਨਾ, ਉਸੇ ਨੂੰ ਉੱਥੇ ਐਂਟਰੀ ਹੋਣੀ ਹੈ, ਉਸੇ ਦੀ ਐਂਟਰੀ ਹੋਣੀ ਹੈ। ਜਿਵੇਂ ਆਪਾਂ ਦੇਖੋ ਜਾਂਦੇ ਹਾਂ ਨਾ, ਕੋਈ 26 ਜਨਵਰੀ ਦਾ ਸਰਕਾਰੀ ਪ੍ਰੋਗਰਾਮ ਹੁੰਦਾ ਜਾਂ 15 ਅਗਸਤ ਦਾ ਪ੍ਰੋਗਰਾਮ ਹੁੰਦਾ, ਮੇਰੇ ਵਰਗਾ ਲੱਖ ਹਰਾ ਪੈਨ ਜੇਬ 'ਤੇ ਟੰਗੀ ਫਿਰੇ, ਜਿੰਨੀ ਦੇਰ ਨਾ ਉਹਦੇ ਕੋਲ ਪਾਸ ਨਹੀਂ ਹੈਗਾ DC ਦਾ ਇਸ਼ੂ ਕੀਤਾ ਹੋਇਆ, ਨਹੀਂ ਜਾਣ ਦਿੰਦੇ ਅੰਦਰ। ਉਹ ਜਾਣ ਦੇ ਪੁਲਿਸ ਵਾਲੇ ਕਹਿੰਦੇ ਬਾਹਰ ਚਲੋ ਜੀ, ਬਾਹਰ ਪਾਸ ਲੈ ਕੇ ਆਓ। ਬਥੇਰਾ ਕੋਈ ਕਹੇ ਜੀ ਮੈਂ ਪ੍ਰਿੰਸੀਪਲ ਹਾਂ ਜੀ, ਮੈਂ ਬੈਂਕ ਮੈਨੇਜਰ ਹਾਂ ਜੀ, ਮੈਂ ਫਲਾਣਾ, ਉਹ ਕਹਿੰਦੇ ਨਾ ਜੀ ਪਾਸ ਲੈ ਕੇ ਆਓ, ਨਹੀਂ ਜਾਣ ਦਿੰਦੇ। ਉਹ ਬਿਲਕੁਲ ਉੱਥੇ ਐਂਟਰੀ ਤਾਂ ਹੋਣੀ ਹੈ ਜੇ ਸਾਡੇ ਚੇਤੇ ਦੇ ਵਿੱਚ ਸੱਚਾ ਨਾਮ ਹੋਏਗਾ। ਸਾਧ ਸੰਗਤ ਜੀ, ਮਨੁੱਖ ਨੂੰ ਇਹ ਪਰਮਾਤਮਾ ਨੇ ਅਖਤਿਆਰ ਦਿੱਤਾ ਹੈ, ਇਹ ਅਧਿਕਾਰ ਦਿੱਤਾ ਹੈ, ਅਸੀਂ ਆਪਣੇ ਚੇਤੇ 'ਚ ਕੁਛ ਵੀ ਵਸਾ ਸਕਦੇ ਹਾਂ, ਕਿਉਂਕਿ ਜਿਉਂ-ਜਿਉਂ ਜਪੀ ਜਾਵਾਂਗੇ, ਵਾਰੀ ਵਾਰੀ ਉਹਨੂੰ ਯਾਦ ਕਰੀ ਜਾਵਾਂਗੇ, ਵਾਰੀ ਵਾਰੀ ਯਾਦ ਕਰੀ ਜਾਵਾਂਗੇ, ਫਿਰ ਸਾਡੇ ਚੇਤੇ ਦੇ ਵਿੱਚ ਉਹਨੇ ਵਸ ਜਾਣਾ, ਜਿਹੜੀ ਵੀ ਗੱਲ ਨੂੰ ਅਸੀਂ ਯਾਦ ਕਰਾਂਗੇ। ਸ਼ਬਦ ਰਪੈ ਘਰ ਪਾਈਐ, ਨਿਰਵਾਣੀ ਪਦ ਨੀਤ। ਕਹਿੰਦੇ ਸ਼ਬਦ ਰਪੈ, ਜਦੋਂ ਸ਼ਬਦ ਨੂੰ, ਸ਼ਬਦ ਦੇ ਰਾਹੀਂ ਅਸੀਂ ਉਹਨੂੰ ਯਾਦ ਕਰਦੇ ਹਾਂ, ਰਪੈ ਭੋਗਦੇ ਹਾਂ, ਮਾਣਦੇ ਹਾਂ, ਫਿਰ ਜਿਹੜਾ ਸਾਡਾ ਨਿਜ ਘਰ ਹੈ, ਸਾਡਾ ਸਹਿਜ ਘਰ ਹੈ, ਸਾਡਾ ਤੁਰਗਿਆ ਪਦ ਹੈ, ਉਹ ਉਸ ਦੀ ਪ੍ਰਾਪਤੀ ਹੁੰਦੀ ਆ, ਉਹਦੀ ਨਿਰਵਾਣ ਪਦ ਮਿਲਦਾ। ਫਿਰ ਹਮੇਸ਼ਾ ਹਮੇਸ਼ਾ ਨੀਤਮਣ ਹਮੇਸ਼ਾ ਵਾਸਤੇ, ਇਹ ਨਹੀਂ ਹੈਗਾ ਜਿਵੇਂ ਆ ਸਾਡੇ ਹੁਣ ਆ ਮੰਤਰੀ ਨੇ 5 ਸਾਲਾਂ ਵਾਸਤੇ ਬਣ ਗਏ, ਨਹੀਂ। ਫਿਰ ਉੱਥੋਂ ਦਾ ਰਾਜ ਤਾਂ ਅਵਚਲ ਹੈ, ਉੱਥੋਂ ਦਾ ਰਾਜ ਤਾਂ ਨਿਹਚਲ ਹੈ, ਅਟਲ ਹੈ। ਫਿਰ ਇੱਕ ਵਾਰੀ ਉੱਥੇ ਬਾਸਾ ਮਿਲ ਗਿਆ, ਫਿਰ ਸਤਿਗੁਰੂ ਕੀ ਕਹਿੰਦੇ ਨੇ, ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਉਹ ਤਾਂ ਇੱਕ ਵਾਰੀ ਬਸ ਕਿਤੇ ਆ ਗਿਆ ਸਾਡੇ ਕਾਬੂ 'ਚ, ਪਿਆਰ ਦੀਆਂ ਡੋਰਾਂ ਨਾਲ ਅਸੀਂ ਉਹਨੂੰ ਬੰਨ੍ਹ ਲਿਆ। ਦੇਖੋ ਭਾਈ ਇਹ ਭਗਤ ਰਵਿਦਾਸ ਜੀ ਕੀ ਕਹਿੰਦੇ ਨੇ, ਜਬ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕਾ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਹੇ ਪਰਮਾਤਮਾ ਜੀ, ਤੁਸੀਂ ਸਾਨੂੰ ਮੋਹ ਦੀਆਂ ਫਾਹੀਆਂ 'ਚ ਬੰਨਿਆ ਸੀ, ਅਸੀਂ ਨਾ ਉਲਟਾ ਤੁਹਾਨੂੰ ਪ੍ਰੇਮ ਦੀਆਂ ਡੋਰੀਆਂ ਨਾਲ ਬੰਨ੍ਹ ਲਿਆ। ਕਹਿੰਦੇ ਪਰਮਾਤਮਾ ਜੀ, ਅਸੀਂ ਤਾਂ ਛੁੱਟ ਕੇ ਮੋਹ ਦੀਆਂ ਫਾਹੀਆਂ 'ਚੋਂ ਤੁਹਾਨੂੰ ਅਰਾਧ ਕੇ, ਤੁਹਾਡਾ ਧਿਆਨ ਧਰ ਕੇ, ਤੁਸੀਂ ਕਿਹਦਾ ਧਿਆਨ ਧਰ ਕੇ ਛੁੱਟੋਗੇ? ਹੁਣ ਪਰਮਾਤਮਾ ਛੁੱਟੇ ਨਹੀਂ ਸਕਦਾ, ਭਗਤ ਦੀਆਂ ਪ੍ਰੇਮ ਦੀਆਂ ਫਾਹੀਆਂ 'ਚ ਫਸਿਆ ਹੋਇਆ, ਉਹਦੇ ਕੋਲੇ ਆਪਸ਼ਨ ਨਹੀਂ ਵਿਚਾਰੇ ਕੋਲੇ ਕੋਈ ਛੁੱਟਣ ਦੀ। ਪਰ ਹੁਣ ਪ੍ਰੋਬਲਮ ਹੈ ਵੀ ਪ੍ਰੇਮ ਦੀਆਂ ਡੋਰੀਆਂ ਵੀ ਤਾਂ ਉਸੇ ਤੋਂ ਲੈਣੀਆਂ ਨੇ,
ਉਸੇ ਤੋਂ ਲੈਣੀਆਂ ਨੇ ਨਾ। ਜਿਵੇਂ ਬੱਚਾ ਬਾਪ ਤੋਂ ਪੋਕਟ ਮਨੀ ਲੈਂਦਾ ਬੈਂਕ 'ਚ ਜਮ੍ਹਾਂ ਕਰਾਈ ਜਾਂਦਾ, ਇੱਕ ਦਿਨ ਕਿਤੇ 6 ਮਹੀਨਿਆਂ ਬਾਅਦ ਬਾਪ ਨੂੰ ਲੋੜ ਪਈ, ਬਾਪ ਦਾ ਉਹ ਜਿਹੜਾ ਹੈ ਲੈਂਡ ਲੋਡ ਬਣ ਜਾਂਦਾ, ਬਾਪ ਕਰਜ਼ਦਾਰ ਹੋ ਜਾਂਦਾ, ਪੈਸੇ ਬਾਪ ਦੇ। ਪਰ ਫਿਰ ਬਾਪ ਉਹਨੂੰ ਕਹਿੰਦਾ ਲੈ ਪੁੱਤ ਮੈਨੂੰ ਆ ਦੇ ਦੇ ਯਾਰ 1500-1600, ਮੈਂ ਤੈਨੂੰ 2000 ਦੇ ਦੂੰਗਾ। ਬਸ ਲੈਣਾ ਉਸੇ ਤੋਂ ਹੀ ਆ ਪ੍ਰੇਮ ਦੀਆਂ ਡੋਰੀਆਂ, ਫਿਰ ਲੈ ਕੇ ਉਸੇ ਨੂੰ ਹੀ ਬੰਨਣਾ, ਲੈਣਾ ਉਸੇ ਨੂੰ ਹੈ। ਪਤੀ ਗਹਿਣੇ ਬਣਾ ਆਉਂਦਾ ਘਰ ਵਾਲੀ ਨੂੰ, ਕਿਤੇ ਲੋੜ ਪੈਂਦੀ ਆ ਆਲ ਮੈਨੂੰ ਤੇਰੀ ਅੰਗੂਠੀ ਦੇ ਦੇ, ਮੜਾ ਵਾਲੀਆਂ ਦੇ ਦੇ, ਆਹ ਜਿਹੜਾ ਹੈ ਗੋਲਡ ਲੋਨ ਲੈ ਲਈਏ। ਪਹਿਲਾਂ ਤਾਂ ਸੁਣਨੀਆਂ ਪੈਂਦੀਆਂ ਨੇ ਤੱਤੀਆਂ ਕਈ ਖਾਸੀਆਂ, ਜੇ ਮਿਲ ਵੀ ਜਾਂਦੀਆਂ ਨੇ ਫਿਰ ਉਹ ਜਿਹੜਾ ਹੈ ਨਹੋਰੇ ਵੀ ਸੁਣਨੇ ਪੈਂਦੇ ਨੇ। ਮੇਰੀਆਂ ਤਾਂ 2 ਵਾਲੀਆਂ ਬਣਾਈਆਂ ਸੀ ਸਾਰੀ ਉਮਰ 'ਚ, ਉਹੀ ਤੁਸੀਂ ਉੱਥੇ ਰੱਖਤੀਆਂ। ਵਾਲੀਆਂ ਵੀ ਉਸੇ ਤੋਂ ਹੀ ਕਰਵਾਉਣੀਆਂ ਨੇ ਫਿਰ ਆਪਾਂ ਨੇ, ਅਤੇ ਫਿਰ ਦੇਣ ਵੇਲੇ ਆਪਾਂ ਨਖਰੇ ਵੀ ਮਾਰਨੇ ਨੇ। ਦੇਊ ਪ੍ਰੇਮ ਨਾਲ ਹੋ ਬਸ ਆਉਣਾ, ਪ੍ਰੇਮ ਨਾਲ ਬਸ ਉਹਨੇ, ਹੋਰ ਕੋਈ ਦੂਸਰਾ ਤਰੀਕਾ ਹੀ ਨਹੀਂ। ਪ੍ਰੇਮ ਦਾ ਅਖਰੀ ਅਰਥ ਹੈ ਪਰੇ ਮੈਂ ਇਹਨੂੰ ਪਰੇ ਕਰਕੇ। ਪ੍ਰੇਮ ਨੂੰ ਜਦੋਂ ਸੰਧੀ ਛੇਦ ਕਰਦੇ ਆ ਨਾ, ਪਰੇ ਮੈਂ ਭਾਵ ਜਦੋਂ ਮੈਂ ਪਰੇ ਹੋ ਗਈ ਉੱਥੋਂ ਪ੍ਰੇਮ ਸ਼ੁਰੂ ਹੋਊਗਾ। ਜਿੰਨੀ ਦੇਰ ਅਜੇ ਮੈਂ ਹੈ, ਮੈਂ ਪੜ੍ਹਿਆ, ਮੈਂ ਲਿਖਿਆ, ਮੈਂ ਸੋਹਣਾ, ਮੈਂ ਸਿਆਣਾ, ਮੈਂ ਅੰਮ੍ਰਿਤ ਵੇਲੇ ਜਾਗਦਾ, ਮੈਂ ਫਲਾਣਾ ਕਰਦਾ, ਓਨੀ ਦੇਰ ਪ੍ਰੇਮ ਨਹੀਂ ਪੈਦਾ ਹੁੰਦਾ। ਸਤਿਗੁਰੂ ਤੇਰੇ ਦਿੱਤੀਆਂ ਹੋਈਆਂ ਸੇਜਾਂ 'ਤੇ ਸੌਂਦੇ ਹਾਂ, ਤੇਰੇ ਜਗਾਏ ਹੋਏ ਜਾਗਦੇ ਹਾਂ, ਤੇਰੀ ਕਿਰਪਾ ਮਹਾਰਾਜ ਮੌਸਮ ਦੇ ਅਨੁਸਾਰ ਤੱਤਾ ਠੰਡਾ ਪਾਣੀ ਇਸ਼ਨਾਨ ਵਾਸਤੇ ਬਖਸ਼ਦੇ। ਮੇਰੇ ਗਰੀਬ ਨਵਾਜ਼ ਕੋਈ ਜੰਗਲਾਂ 'ਚ ਨਹੀਂ ਜਾਣਾ ਪੈਂਦਾ, ਹੁਣ ਘਰ ਹੀ ਫਲਸ਼ਾਂ ਨੇ, ਕਿਤੇ ਦੂਰ ਨਹੀਂ ਜਾਣਾ ਪੈਂਦਾ, ਖੇਚਲ ਨਹੀਂ ਕਰਨੀ ਪੈਂਦੀ। ਮੇਰੇ ਰਹਿਮਤਾਂ ਦਾ ਸਾਗਰਾ, ਫਿਰ ਹੁਣ ਸਾਨੂੰ ਪਹਾੜਾਂ ਦੀਆਂ ਕੰਦਰਾਂ 'ਚ ਨਹੀਂ ਬੈਠਣਾ ਪੈਂਦਾ, ਕਿਤੇ ਕੋਈ ਠੂਹਾਂ ਚੜ੍ਹ ਗਿਆ ਜਾਂ ਕੋਈ ਕੀੜਾ ਕੋਈ ਕੋੜ ਕਿਰਲੀ ਚੜ੍ਹ ਗਈ, ਨਹੀਂ ਐਨ ਸਾਡੇ ਏਸੀ ਬੰਦ ਕਮਰੇ ਨੇ, ਬੈਠਿਆਂ ਨਾ ਕੋਈ ਸੱਪ ਦਾ ਡਰ, ਨਾ ਕੋਈ ਸ਼ੇਰ ਦਾ ਡਰ, ਨਾ ਕੋਈ ਚੀਤੇ ਦਾ ਡਰ। ਉੱਥੇ ਬੈਠ ਕੇ ਮਹਾਰਾਜ ਤੇਰੀ ਕਿੰਨੀ ਕਿਰਪਾ, ਦੇਖ ਕਿੰਨਾ ਸੋਹਣਾ ਤੂੰ ਇਹ ਮਾਹੌਲ ਬਖਸ਼ਿਆ, ਇਹ ਧੂਫਾਂ ਜੋਤਾਂ ਸੁਗੰਧੀਆਂ, ਕਿੰਨੀ ਤੇਰੀ ਕਿਰਪਾ। ਬਸ ਫਿਰ ਮੈਂ ਤਾਂ ਨਿਕਲ ਜਾਣੀ ਆ, ਜਿੱਦੇ ਮੈਂ ਨਿਕਲ ਗਈ ਬਸ ਤੂੰ ਹੋ ਗਿਆ, ਫਿਰ ਤਾਂ ਉਹਦੇ ਹੋਏਗਾ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਦ ਤੂੰ। ਫਿਰ ਸਾਹਮਣੇ ਵੀ ਤੂੰ ਬੈਠਾ ਤੇ ਇੱਧਰ ਵੀ ਤੂੰ ਬੈਠਾ। ਹੁਣ ਉਹਨੂੰ ਕਿਤੇ ਬੇਨਤੀ ਕਰੀਏ, ਸਤਿਗੁਰੂ ਮੈਨੂੰ ਕਾਹਨੂੰ ਗਦੀ ਗੇੜ 'ਚ ਪਾਇਆ, ਜਪਣ ਵਾਲਾ ਵੀ ਤੂੰ ਤੇ ਜਪਾਉਣ ਵਾਲਾ ਵੀ ਤੂੰ, ਮੈਨੂੰ ਕਾਹਨੂੰ ਐਵੇਂ ਗਦੀ ਗੇੜ 'ਚ ਪਾਇਆ। ਰਹਿਮਤਾਂ ਦੇ ਸਾਗਰ ਅੱਗੇ ਫਰਮਾਉਂਦੇ ਨੇ, ਹਾਂ ਗੁਰ ਪੁੱਛੋਂ ਆਪਣੇ, ਗੁਰ ਪੁੱਛ ਕਾਰ ਕਮਾऊँ, ਸ਼ਬਦ ਸਲਾਹੀ ਮਨ ਵਸੈ, ਹਮ ਮੈਂ ਦੁੱਖ ਜਲ ਜਾऊँ, ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾऊँ। ਹਾਂ ਗੁਰ ਪੁੱਛੋਂ ਆਪਣਾ, ਮੈਂ ਹੁਣ ਆਪਣੇ ਗੁਰੂ ਨੂੰ ਪੁੱਛਦਾ। ਕੀ ਪੁੱਛਦਾ ਜੀ? ਬਈ ਇਹ ਨਿਰਵਾਣੀ ਪਦ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ, ਇਹ ਸਹਿਜ ਅਵਸਥਾ 'ਤੇ ਕਿਵੇਂ ਅਪੜੀਦਾ, ਇਹ ਗੁਰੂ ਨੂੰ ਪੁੱਛਦਾ। ਗੁਰੂ ਨੇ ਇਹ ਨਹੀਂ ਪੁੱਛਣਾ ਕਿ ਕੋਠੀ ਕਿਵੇਂ ਪਾਉਣੀ ਹੈ, ਇਹ ਬੇਈਮਾਨੀ ਕਿਵੇਂ ਕਰਨੀ ਹੈ, ਇਹ ਚੋਰੀ ਕਰਕੇ ਰਿਸ਼ਵਤ ਲੈ ਕੇ ਬਚਣਾ ਕਿਵੇਂ, ਐ ਨਹੀਂ। ਗੁਰੂ ਤੋਂ ਪੁੱਛਣਾ ਇਹ ਜਿਹੜਾ ਹੈ ਅਵਚਲ ਰਾਜ ਅਖੁੱਟ, ਜਿਹਨੂੰ ਆਪਾਂ ਕਹਿੰਦੇ ਅਖੁੱਟ ਰਾਜ ਕਿਵੇਂ ਪ੍ਰਾਪਤ ਕਰਨਾ। ਮੈਂ ਗੁਰੂ ਨੂੰ ਪੁੱਛਦਾ ਆਪਣੇ ਨੂੰ, ਆਪਣੇ ਗੁਰੂ ਨੂੰ ਪੁੱਛ ਕੇ ਫਿਰ ਜੋ ਗੁਰੂ ਕਹਿੰਦਾ ਉਪਦੇਸ਼ ਦਿੰਦਾ ਉਹਦੀ ਕਮਾਈ ਕਰਾਂ, ਮੈਂ ਉਹਦੀ ਕਮਾਈ ਕਰਦਾ। ਸਾਧ ਸੰਗਤ ਜੀ ਹੁਣ ਆਪਾਂ ਪੁੱਛਿਆ ਹੀ ਹੈ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਬਈ ਪੁੱਛਦਾ ਤਾਂ ਰਾਹ ਹੈ, ਪੁੱਛਦਾ ਰਾਹ ਹੈ, ਪ੍ਰੀਤਮ ਕੇ ਦੇਸ ਕੈਸੇ ਬਾਤਣ ਸਿਉ ਜਾਈਏ। ਹੁਣ ਤੁਰਦਾ ਉੱਤੇ ਹੈ ਨਹੀਂਗਾ, ਮੈਂ ਖੜਾ ਉੱਥੇ ਪੁੱਛੀ ਜਾਵਾਂ ਜਿਹੜਾ ਨਾਭੇ ਨੂੰ ਕਿਹੜਾ ਰਾਹ ਜਾਂਦਾ ਜੀ, ਨਾਭੇ ਨੂੰ ਕਿਹੜਾ ਰਾਹ ਜਾਂਦਾ, ਦੱਸਣ ਵਾਲੇ ਦੱਸੀ ਵੀ ਜਾਂਦੇ ਨੇ ਭਾਈ ਇੱਥੋਂ ਐ ਵਗ ਜਾ, ਇੱਥੋਂ ਜਿਹੜਾ ਹੈ 24-25 ਕਿਲੋਮੀਟਰ ਨਾਭਾ ਹੈ, ਪਰ ਮੈਂ ਤੁਰਦਾ ਹੈ ਨਹੀਂਗਾ, ਫਿਰ ਨਾਭੇ ਕਦੇ ਵੀ ਨਹੀਂ ਪਹੁੰਚਾਂਗਾ, ਕਦੇ ਵੀ ਨਹੀਂ ਪਹੁੰਚਾਂਗਾ। ਸਿਮਰਨ ਅਸੀਂ ਪੁੱਛੀ ਜਾਂਦੇ ਕਿਵੇਂ ਕਰਨਾ। ਸਾਧ ਸੰਗਤ ਜਿਹਨੂੰ ਪਿਆਸ ਲੱਗੀ ਹੁੰਦੀ ਹੈ ਨਾ, ਉਹ ਕਦੇ ਨਹੀਂ ਪੁੱਛਦਾ ਪਾਣੀ ਕਿਵੇਂ ਪੀਣਾ, ਉਹਦਾ ਗਲਾਸ ਬਾਟੀ ਜੋ ਵੀ ਜੱਗ ਉਹਦੇ ਮੂਹਰੇ ਪਾਣੀ ਦਾ ਆਇਆ ਉਹਨੇ ਚੱਕ ਕੇ ਪੀਏ ਲੈਣਾ। ਇਹਦਾ ਮਤਲਬ ਜੇ ਸਾਨੂੰ ਪਿਆਸ ਹੀ ਨਹੀਂ ਲੱਗੀ ਹੈ। ਹੁਣ ਕਹਿੰਦੇ ਵੈਦ ਕੋਲੇ ਜਾਂਦਾ ਪੁੱਛਦਾ ਜੀ ਮੈਂ ਤੰਦਰੁਸਤ ਕਿਵੇਂ ਹੋਵਾਂਗਾ, ਵੈਦ ਦੱਸਦਾ ਭਾਈ ਆਹ ਦਵਾਈ ਹੈ, ਇਹਨੂੰ ਲੱਸੀ ਨਾਲ ਲੈ ਲਈ, ਇਹ ਆਹ ਪਰਹੇਜ਼ ਰੱਖਣਾ। ਹੁਣ ਨਾ ਪਰਹੇਜ਼ ਰੱਖਦਾ ਨਾ ਉਹ ਦਵਾਈ ਉਸ ਤਰੀਕੇ ਲੈਂਦਾ, ਫਿਰ ਉਹ ਰੋਗ ਕਿਵੇਂ ਮਿਟੂਗਾ? ਰੋਗ ਤਾਂ ਮਿਟਣਾ ਹੀ ਨਹੀਂ ਹੈਗਾ, ਉਹ ਰੋਗ ਤਾਂ ਕਿਤੇ ਵੀ ਨਹੀਂ ਮਿਟਣਾ। ਫਿਰ
ਹੁਣ ਇਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਪੁੱਛਦਾ ਸਹਿਜ ਪਦ, ਗੱਲਾਂ ਬਾਤਾਂ ਸੁਣਦਾ ਕਰਦਾ, ਗੱਲਾਂ ਬਾਤਾਂ ਕਰਦਾ, ਪਰ ਉਹ ਸਹਿਜ ਪਦ ਵਾਲੇ ਪਾਸੇ ਤੁਰਦਾ ਹੈ ਨਹੀਂ। ਉਹਦੀ ਪ੍ਰਾਪਤੀ ਕਿਵੇਂ ਹੋਵੇ, ਭਾਵ ਨਹੀਂ ਹੁੰਦੀ। ਹੁਣ ਕਹਿੰਦੇ ਗੁਰੂ ਨੂੰ ਪੁੱਛ ਵੀ ਲਵਾਂ, ਗੁਰੂ ਪੁੱਛ ਕੇ ਫਿਰ ਉਸ ਦੇ ਮੁਤਾਬਕ ਜ਼ਿੰਦਗੀ ਜਿਵਾਂ। ਸ਼ਬਦ ਸਾਹ ਲਾਹੀਂ ਮਨ ਵਸੈ, ਗੁਰੂ ਦੇ ਸ਼ਬਦ ਦੇ ਰਾਹੀਂ ਸਲਾਮ ਆਉਂ ਉਹਨੂੰ, ਫਿਰ ਉਹ ਮਨ 'ਚ ਵਸ ਜਾਂਦਾ। ਅਤੇ ਹਉਮੈ ਜਿਹੜਾ ਨਾ, ਕਈ ਵਿਦਵਾਨਾਂ ਨੇ ਇਸ ਨੂੰ ਨਾ ਇਹ 'ਤੇ ਬਿੰਦੀ ਨਹੀਂ ਲਾਈ ਹੋਈ, ਪਰ ਆਪਣੇ ਬਾਬਾ ਜੀ ਨੇ ਜਿਹੜੀ ਨਵੀਂ ਕਿਤਾਬ ਛਾਪੀ ਆ ਉਹਦੇ ਜਲ ਜਾਉਂ, ਉਹ 'ਤੇ ਬਿੰਦੀ ਲਾਈ ਹੋਈ ਆ। ਕਈਆਂ ਨੇ ਬਿੰਦੀ ਨਹੀਂ ਲਾਈ। ਉਹ ਕਹਿੰਦੇ ਫਿਰ ਜਿਹੜਾ ਹਉਮੈ ਦਾ ਦੁੱਖ ਨਾ ਉਹ ਸੜ ਜਾਂਦਾ, ਜਲ ਜਾਂਦਾ, ਮੱਚ ਜਾਂਦਾ। ਸਾਧ ਸੰਗਤ ਜੀ, ਗੁਰੂ ਇੱਕ ਐਸੀ ਸ਼ਕਤੀ ਹੈ ਨਾ, ਜਦੋਂ ਅਸੀਂ ਉਹਦੇ ਭਰੋਸਾ ਕਰਕੇ ਚੱਲਦੇ ਹਾਂ, ਉਹ ਫਿਰ ਸਿੱਖ ਦੀ ਸੰਪੂਰਨ ਤੌਰ 'ਤੇ ਰਾਖੀ ਆਪ ਕਰਦਾ। ਜਿਵੇਂ ਹੁਣ ਬੱਚਾ ਕਿਤੇ ਵਿੰਡੋ 'ਚ ਚੜ੍ਹ ਗਿਆ, ਜਾਂ ਉਹ ਬੈੱਡ ਦੇ ਉੱਤੇ ਚੜ੍ਹ ਗਿਆ, ਜਾਂ ਬੈੱਡ ਦੀ ਬੈਕ 'ਤੇ ਚੜ੍ਹ ਗਿਆ, ਜਦੋਂ ਬਾਪ ਆਉਂਦਾ ਨਾ, ਉਹ ਪਰਵਾਹ ਹੀ ਨਹੀਂ ਕਰਦਾ, ਉਹ ਐਂ ਸਿੱਧੀ ਛਾਲ ਮਾਰਦਾ। ਬਾਪ ਨਾਲ ਉਹਨੂੰ ਡਿੱਗਣ ਨਾਲ ਦੀ ਨਾਲ ਬਾਹਾਂ 'ਤੇ ਬੋਝ ਲੈਂਦਾ। ਉਹ ਛਾਲ ਕਿਉਂ ਮਾਰਦਾ? ਕਿਉਂਕਿ ਉਸ ਨੂੰ ਆਪਣੇ ਪਿਤਾ 'ਤੇ 100% ਭਰੋਸਾ ਹੈ। ਅਸੀਂ ਛਾਲ ਇਸ ਕਰਕੇ ਨਹੀਂ ਮਾਰ ਰਹੇ ਕਿਉਂਕਿ ਸਾਨੂੰ ਸਾਡੇ ਗੁਰੂ 'ਤੇ ਭਰੋਸਾ ਨਹੀਂ ਹੈ। ਕਈ ਵਾਰੀ ਮੈਂ ਦੇਖਿਆ, ਅਸੀਂ ਗੱਡੇ ਗੁੱਡੇ 'ਤੇ ਖੜਾ ਹੋਣਾ, ਗੱਡਾ ਕਾਫੀ ਉੱਚਾ ਹੁੰਦਾ, ਅਤੇ ਉਹ ਕਰਨਾ ਹੁਣ, ਜਦੋਂ ਦੇਖਿਆ ਵੀ ਬਾਪੂ ਆ, ਠਾ ਦੇਣੇ ਛਾਲ ਮਾਰਨੀ। ਪਤਾ ਸੀ ਵੀ ਬਾਪੂ ਨੇ ਡਿੱਗਣ ਨਹੀਂ ਦੇਣਾ। ਦਾਦਾ ਆ, ਦਾਦੇ ਦੇ ਮੋਢਿਆਂ 'ਤੇ ਛਾਲ ਮਾਰਨੀ, ਪਤਾ ਵੀ ਦਾਦੇ ਨੇ ਡਿੱਗਣ ਨਹੀਂ ਦੇਣਾ। ਪਰ ਅਸੀਂ ਗੁਰੂ 'ਤੇ ਭਰੋਸਾ ਨਹੀਂ ਕਰਦੇ, ਇਸ ਕਰਕੇ ਅਸੀਂ ਛਾਲ ਮਾਰ ਹੀ ਨਹੀਂ ਰਹੇ। ਜਿੱਦੇ ਭਰੋਸਾ ਵੱਜ ਗਿਆ, ਅਸੀਂ ਵੀ ਛਾਲ ਮਾਰ ਦੇਣੀ ਹੈ, ਅਤੇ ਫਿਰ ਗੁਰੂ ਨੇ ਚੱਕ ਲੈਣਾ ਗੋਦੀ। ਕਹਿੰਦੇ ਹੁਣ ਫਿਰ ਕਹਿੰਦੇ ਜਿਹੜਾ ਹਉਮੈ ਦਾ ਦੁੱਖ ਹੈ ਨਾ, ਜਿਹੜਾ ਸਭ ਤੋਂ ਵੱਡਾ, ਸਾਧ ਸੰਗਤ ਜੀ, ਜਿੰਨੀਆਂ ਬਿਮਾਰੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰੀ ਰੋਗ ਨੇ, ਜਿੰਨੇ ਆਦਿ ਵਿਆਧੀ ਉਪਾਧੀ ਦੇ, ਸਾਰੇ ਹਉਮੈ ਕਾਰਨ ਨੇ, ਦਵੈਸ਼ ਕਾਰਨ ਹੈ। ਜਿੱਦੇ ਇਹ ਮੱਚ ਗਈ ਨਾ ਹਉਮੈ, ਉਹਦੀ ਬਸ ਇਹ ਟੰਟਾ ਜਿਹੜਾ ਹੈ ਖਤਮ ਹੋ ਜਾਣਾ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ। ਕਹਿੰਦੇ ਫਿਰ ਸਹਿਜੇ ਹੀ ਮਿਲਾਪ ਹੋ ਜਾਣਾ। ਸਹਿਜੇ ਅਡੋਲ ਅਵਸਥਾ, ਅਡੋਲ ਅਵਸਥਾ ਵੀ ਅਰਥ ਕੀਤੇ ਨੇ ਕਈ ਵਿਦਵਾਨਾਂ ਨੇ, ਕਈਆਂ ਨੇ ਸਹਿਜ ਸੁਭਾਅ ਕਿਹਾ। ਫਿਰ ਕਹਿੰਦੇ ਸਹਿਜ ਸੁਭਾਅ ਹੀ ਮਿਲਾਪ ਹੋ ਜਾਣਾ। ਸਾਚੇ ਸਾਚ ਮਿਲਾਓ, ਸਾਚੇ ਗੁਰੂ ਦੇ ਰਾਹੀਂ ਸੱਚ ਦੇ ਵਿੱਚ ਫਿਰ ਮਿਲ ਜਾਵਾਂਗਾ। ਫਿਰ ਸੱਚ ਦੇ ਵਿੱਚ ਮਿਲ ਜਾਣਾ, ਮਿਲਣਾ ਸੱਚੇ ਗੁਰੂ ਦੇ ਰਾਹੀਂ। ਸ਼ਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ, ਨਾਮ ਸਲਾਹਣ ਸਾਧ ਸਦਾ, ਹਰ ਰਾਖੈ ਔਰ ਧਾਰ, ਸੋ ਕਿਉਂ ਮਨੋ ਵਿਸਾਰੀਐ, ਸਭ ਜੀਆਂ ਕਾ ਆਧਾਰ। ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ ਸਾਧ ਸੰਗਤ ਜੀ, ਸ਼ਬਦ ਦੇ ਰਾਹੀਂ ਨਾਮ ਦੇ ਵਿੱਚ ਰੰਗੇ ਗਏ, ਉਹ ਹੀ ਅਸਲ ਦੇ ਵਿੱਚ ਨਿਰਮਲੇ ਨੇ। ਕੋਈ ਉਜਲੇ ਕੱਪੜੇ ਪਾ ਕੇ ਨਾ ਕੋਈ ਬੰਦਾ ਉਜਲਾ ਨਹੀਂ ਹੋ ਜਾਂਦਾ। ਉਹਨਾਂ ਬਾਰੇ ਤਾਂ ਗੁਰੂ ਬਾਬਾ ਜੀ ਕਹਿੰਦੇ ਨੇ, ਵੱਗੇ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ। ਉਹਨਾਂ ਬਾਰੇ ਤਾਂ ਇਹ ਵੀ ਕਿਹਾ। ਉਹਨਾਂ ਨੂੰ ਤਾਂ ਭਗਤ ਜੀ ਕਹਿੰਦੇ ਨੇ, ਓਏ ਹਰ ਕੇ ਸੰਤ ਨਾ ਆਖੀਆਂ, ਬਾਨਾਰਸ ਕੇ ਠੱਗ। ਉਹਨਾਂ ਬਾਰੇ ਤਾਂ ਇਹ ਵੀ ਕਿਹਾ ਕਈ ਵਾਰੀ। ਪਹਿਰਾਵੇ ਨੂੰ ਤਾਂ ਦੇਖ ਕੇ ਭੱਟ ਸਾਹਿਬ ਨੂੰ ਵੀ ਕਹਿਣਾ ਪਿਆ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆ ਮੁਖੋਂ ਇਹ ਪੰਡਿਤ ਮਿੱਠੇ, ਵਰਸ ਏਕ ਹੋਂ ਫਿਰਿਓ, ਕਨੈ ਨਹਿ ਪਰਚਾਓ ਲਾਇਓ, ਕਹਿਤਿਆ ਕਹਿਤੀ ਸੁਣੀ, ਰਹਿਤ ਕਾਓ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਾ ਲੱਗੇ, ਤਿਨਕੇ ਗੁਣ ਹੋਂ ਕਿਆ ਕਹੋਂ, ਗੁਰ ਦਈ ਮਲਾਇਓ ਭਿਖਿਆ, ਜਿਵ ਤੂੰ ਰੱਖੈਂ ਤਿਵ ਰਹੂੰ। ਉਹਨਾਂ ਬਾਰੇ ਤਾਂ ਇਹ ਵੀ ਲਿਖਿਆ। ਗੱਲ ਤਾਂ ਇੱਥੇ ਮਨ ਦੀ ਆ, ਇਕੱਲੇ ਚਿੱਟੇ ਕੱਪੜੇ ਪਾ ਕੇ ਨਹੀਂ ਗੱਲ ਬਣਨੀ। ਹੁਣ ਗਰੀਬ ਨਵਾਜ ਕਹਿੰਦੇ ਜਿਹੜੇ ਸ਼ਬਦ ਦੇ ਰਾਹੀਂ ਰੰਗੇ ਗਏ ਨਾਮ ਦੇ ਵਿੱਚ, ਅਸਲ ਦੇ ਵਿੱਚ ਉਹੀ ਨਿਰਮਲੇ ਨੇ। ਕਿਉਂਕਿ ਤਜ ਕਾਮ ਕ੍ਰੋਧ ਅਹੰਕਾਰ, ਸ਼ਬਦ ਦੇ ਵਿੱਚ ਰੰਗੇ ਹੀ ਤਾਂ ਜਾਣਾ, ਇਹ ਕਾਮ ਕ੍ਰੋਧ ਹੰਕਾਰ ਨੂੰ ਤਿਆਗ ਕੇ। ਜਿੰਨੀ ਦੇਰ ਕਾਮ ਕ੍ਰੋਧ ਹੰਕਾਰ ਦੀਆਂ ਬੇੜੀਆਂ ਪਈਆਂ ਹੋਈਆਂ ਨਾ ਹੱਥਾਂ ਪੈਰਾਂ 'ਚ, ਗਿਆਨ ਇੰਦਰੀਆਂ ਕਰਮ ਇੰਦਰੀਆਂ 'ਤੇ, ਓਨੀ ਦੇਰ ਸ਼ਬਦ ਦੇ ਰਾਹੀਂ ਰੰਗੇ ਹੀ ਨਹੀਂ ਜਾਂਦਾ। ਸਾਧ ਸੰਗਤ ਜੀ, ਇਹ ਬੇਨਤੀਆਂ ਉਸੇ ਅੱਗੇ ਕਰਨੀਆਂ ਨੇ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ।
बेनती करनी सतगुरु जतन बहुत मैं कर रहे हो, मिटे ना मन को मान। बस ये बेनतियां सुन लैनियां मेरे गरीब नवाज ने। वो ना गूंगा है, ना बोल है, ना पत्थर दिल है, ना किते दूर है। ये नहीं कि सत्त समुद्रों पार बैठा किवें आऊगा, वो कोले है साडे। महाराज कहते काम क्रोध दियां फिर छड्ड के ना ਜਿਹੜੇ फिर शब्द के राही रंगे गए, असल ਦੇ ਉਹੀ निर्मले ने। नाम सलाहण सदा सदा। निर्मले पुरुष की की पहचान होंदी है जी? वो हमेशा हमेशा नाम नूं जपदा है, नाम की सिफत सलाह करदा है। टुटे हुए मैले पुरुष की की पहचान होंदी है? ਉਹਦਾ नितनेम टुटिया हुंदा है, ਉਹਦਾ ਅੰਮ੍ਰਿਤ ਵੇਲਾ टुटिया हुंदा है, ਉਹਦਾ सिमरन टुटिया हुंदा है, ਉਹ पापां विकारां दे विच खचित हुंदा। क्योंकि खाली तो कोई चीज़ होंदी नहीं। हुण गिलास दे विच पानी है, आपां पानी कढ़ता, जे ਉਹਦੇ ਵਿੱਚ कुछ होर ना पाए तो हवा होएगी। गिलास का आपां नूं पता नहीं लगता, बोतल चों दुੱਧ कढ़ता, पानी कढ़ता, फिर वो जो आपां पाउने ਉਹਦੇ ਵਿੱਚ क्योंकि ਉਹਦਾ मूँह सौड़ा हुंदा है, वो बुग बुग करदी है, ਜਾਂਦੇ नहीं कुछ, जिन्नी देर ਉਹਦੀ हवा ਕੱਢਣ ਦਾ ਆਪਾਂ इंतजाम नहीं करते नाल। इसे तरह साध संगत जी सतगुरु कहते ने ये भले पुरुष की, जुड़े हुए पुरुष की, रते हुए पुरुष की यह पहचान है। वह अमृत वेला भी साबता होएगा, उसका नितनेम भी संपूर्ण होएगा, उसका जीवन भी पापां बकारां तो उपर उहदा होएगा, पापां बकारां दे विच नहीं उपर दा होएगा। कहने वो फिर हमेशा हमेशा अपने हिरदे दे विच धारण करके रखते हैं। मूँह नाल तां सलाउंदे ही सलाउंदे ने, हिरदे दे विच धारण करके रखते हैं। अपने ना एक आम गल कहने हुंदे ने अपने समाज दे विच, कहने यार जिहड़ा बंदा कौड़ा हुंदा ना, रुखा, कहने दिल दा साफ हुंदा। बिल्कुल गलत है, बिल्कुल गलत है। जिहदे अंदर कड़त्तण है उस दे मूँह च कड़त्तण होएगी ना। जिहदे मूँह च मिठास है ਉਹਦੇ मूँह च मिठास किवें होएगी? ਇਹਦਾ मतलब फिर साडे गुरु अर्जन देव महाराज तां मंनदे पापी होणगे ਜਿਹੜਾ ਇੰਨਾ मिठा बोलदे सी। आम करके साडे लोग की कहते हैं, कहते यार बंदा बड़ा मिठा, तो बच के रही। कहने रुखा बंदा कौड़ा, कहने ਉਹਦਾ दिल साफ है। क्यों? थर्मामीटर जाउण ਦੀ ਅਸੀਂ जेब 'ਚ पाया होया, ला के देख लैने भी ਇਹਦਾ दिल साफ है। साध संगत जी जो साडे अंदर है, जे मेरे अंदर तुहाडे प्रति प्यार है, मैं प्यार वाले शब्द वरतांगा। जे नफरत है ना, लख मैं मिठा बोलने की कोशिश कर ला, 10 शब्दों के मगर 1-2 शब्द तो वह कड़त्तण वाले निकल ही जाएंगे, 1-2 तो निकल ही जाएंगे, ब्रेकां लाउंदियां लाउंदियां निकल जाएंगे। ਜਦੋਂ कोई बंदा असल ਦੇ ਵਿੱਚ मिठा हो जाता ना, हुण मूँह चों वाहिगुरू वाहिगुरू किहदे निकलेगा? ਜਿਹਦੇ ਹਿਰਦੇ 'ਚ वाहिगुरू है। ਜਿਹਦੇ ਹਿਰਦੇ 'ਚ ਤਾਂ ਗਾਲਾਂ ਨੇ, ਝੂਠ है, तूफान है, ਵੀ 5 ਦੀ ਚੀਜ਼ 50 'ਚ ਕਿਵੇਂ ਵੇਚਣੀ ਹੈ, ਫੈਲ ਨੂੰ ਪਈਏ ਕਿਵੇਂ ਲਾਉਣੇ ਨੇ, ਉਹਦੇ ਮੂੰਹ ਚੋਂ ਕਿਵੇਂ ਨਿਕਲੇਗਾ ਵਾਹਿਗੁਰੂ ਵਾਹਿਗੁਰੂ? ਬਿਲਕੁਲ ਵੀ ਨਹੀਂ ਨਿਕਲਦਾ। ਹੁਣ ਸਤਿਗੁਰੂ ਕਹਿੰਦੇ ਨੇ ਸੋ ਕਿਉਂ ਮਨੋਂ ਵਸਾਰੀਐ ਸਭ ਜੀਆਂ ਕਾ ਆਧਾਰ। ਕਹਿੰਦੇ ਉਹ ਭਾਈ ਉਸ ਪਰਮਾਤਮਾ ਨੂੰ ਮਨ ਤੋਂ ਕਿਉਂ ਵਸਾਰਨਾ ਚਾਹੀਦਾ ਜਿਹੜਾ ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ, ਜਿਹੜਾ ਨਾਸਤਕਾਂ ਨੂੰ ਵੀ ਰੋਟੀ ਦੇਣ ਵਾਲਾ ਹੈ, ਜਿਹੜਾ ਅਕਿਰਤਕਣਾਂ ਨੂੰ ਵੀ ਪਾਲਣ ਵਾਲਾ ਹੈ। देखो एक थां ते सतगुरु कहते हैं, कहते भी ਉਹਦੇ ਵਿਸਰੇ तो साडा सरदा ही नहीं, सरदा ही नहीं, क्योंकि साडी चिंता करदा, साडी हमेशा फिक्र करदा। वो तिस स्यों क्यों मन रुसिया जिसै हमारी चिंत, जिन्हों साडी चिंता है ਉਹਦੇ ਨਾਲ क्यों रुस किवें रुस के सरेगा? गरीब नवाज किरपा करन। समा हो गया साध संगत जीओ, मेरे दातार पिता ना साडे हिरदियां दे विच ਇਹ ਨਾਮ ਵਸਾ ਦੇਣ, ਅੰਦਰੋਂ ਪਾਪਾਂ ਬਕਾਰਾਂ ਦੀ ਮੈਲ ਨੂੰ ਧੋ ਦੇਣ, ਕਿਉਂਕਿ ਉਹੀ ਸਾਡੀ ਮਾਂ ਹੈ, ਉਹੀ ਸਾਡਾ ਬਾਪ ਹੈ। ਬਾਪ ਨੇ ਪਾਲਣਾ ਹੁੰਦਾ ਹੈ, ਮਾਂ ਨੇ ਇਹ ਗੰਦ ਮੰਦ ਸਾਫ਼ ਕਰਨਾ ਹੁੰਦਾ ਹੈ। ਗਰੀਬ ਨਵਾਜ ਕਿਰਪਾ ਕਰਨ ਇਹ ਜਨਮਾਂ ਜਨਮੰਤਰਾਂ ਦੇ ਲੱਗੇ ਮੈਲ ਦੇ ਖਲੇਪੜ ਸਾਡੇ ਅੰਦਰੋਂ ਉਤਾਰ ਦੇਣ ਤੇ ਨਾਮ ਦੀ ਰੰਗਣ ਚੜ੍ਹਾ ਦੇਣ ਮੇਰੇ ਗਰੀਬ ਨਵਾਜ, ਤਾਂ ਕਿ ਸਾਡਾ ਆਉਣਾ, ਸਾਡਾ ਬੋਲਿਆ, ਸਾਡਾ ਸੁਣਿਆ, ਸਾਡਾ ਗੁਰਦੁਆਰੇ ਆਇਆ ਇਹ ਪ੍ਰਵਾਨ ਹੋ ਜਾਵੇ। ਸਾਧ ਸੰਗਤ ਜੀ ਇਹ ਅਰਸ਼ਾਂ ਦੀ ਬਾਣੀ ਹੈ, ਇੱਕ ਫਰਸ਼ਾਂ ਦਾ ਜੀਵ ਇਹਦੀ ਸੰਪੂਰਨ ਤੌਰ 'ਤੇ ਵਿਆਖਿਆ ਨਹੀਂ ਕਰ ਸਕਦਾ, ਇਹਦੀ ਕੋਈ ਫਾਈਨਲ ਵਿਚਾਰ ਨਹੀਂ ਕਰ ਸਕਦਾ। ਇਸ ਕਾਰਨ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਕਮੀਆਂ ਸੁਭਾਵਿਕ ਹੀ ਰਹਿ ਗਈਆਂ ਹੋਣਗੀਆਂ, ਕਿਉਂਕਿ ਗੁਰਬਾਣੀ ਦਾ ਕੋਈ ਅੰਤ ਨਹੀਂ। ਜੀਵ ਦੀ ਬੁੱਧੀ ਸੀਮਾ ਦੇ ਵਿੱਚ ਹੈ, ਗੁਰਬਾਣੀ ਅਸੀਮ ਹੈ।
ਗੁਰਬਾਣੀ ਦਾ ਗਿਆਨ ਅਸੀਮ ਹੈ। ਇਹਦੀ ਸੰਪੂਰਨ ਕਥਾ ਤਾਂ ਕੋਈ ਬ੍ਰਹਮ ਗਿਆਨੀ ਤਾਂ ਹੋ ਸਕਦਾ, ਕਰ ਸਕਦਾ ਹੋਵੇ, ਨਹੀਂ ਆਮ ਕਰਕੇ ਮੇਰੇ ਵਰਗੇ ਬੰਦੇ ਦੀ ਤਾਂ ਕੋਈ ਔਕਾਤ ਹੀ ਨਹੀਂ ਕਿ ਇਹਦੀ ਸੰਪੂਰਨ ਕਥਾ ਕਰ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀਆਂ, ਅੱਗੇ ਵਾਸਤੇ ਅਸੀਸ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇ ਜਾਣਾ ਨਹੀਂ ਵੀਰ ਜੀ, ਬੇਨਤੀ ਸੁਣ ਜੋ। ਆਪਣੇ ਇਹ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। ਉਹ ਜਿਨ੍ਹਾਂ ਵੀਰਾਂ ਭੈਣਾਂ ਦੀਆਂ ਰੌਲਾਂ ਨੇ ਉਹ ਆਪਣੀਆਂ ਰੌਲਾਂ ਯਾਦ ਰੱਖਣ, ਕੋਈ ਆਂਢੀ ਗੁਆਂਢੀਆਂ ਉਹਨਾਂ ਨੂੰ ਵੀ ਯਾਦ ਕਰਾ ਦੇਣ। ਆਪਣੇ ਅਖੰਡ ਜਿਹੜੇ 8 ਅਖੰਡ ਪਾਠ ਸਾਹਿਬ ਨੇ ਉਹ ਇੱਥੇ ਜਿਹੜਾ ਹੈ ਪ੍ਰਾਰੰਭ ਹੋਣੇ ਨੇ। ਹੁਣ ਮੈਨੂੰ ਦਿਹਾੜਾ ਤਾਂ ਯਾਦ ਨਹੀਂ ਵੀ ਕਿਹਦਾ ਦਿਹਾੜਾ ਮਨਾਉਣਾ। ਗੁਰੂ ਹਰ ਰਾਏ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਉਹ ਮਨਾਉਣਾ। ਅਤੇ ਸੋ ਆਪਾਂ ਨੇ ਇਹ ਯਾਦ ਰੱਖਣਾ ਅਤੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਇਹ ਯਾਦ ਕਰਾ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।